ਘਰ ਨੌ ਨਿਧ ਆਵੈ ਤਾਈ, ਸਭ ਥਾਈਂ ਹੋਏ ਸਹਾਈ, ਸਭ ਥਾਈਂ ਹੋਏ ਸਹਾਈ। ਗੁਰ ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਤਾਈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਮੇਰਾ ਕਾਰਾਗ੍ਰਹਿ ਮੈਂ ਸਤਿਗੁਰੂ, ਪਠ ਦੀਨੈ ਤੁਰ ਕੇਸ। ਹਿਰਦੇ ਵਿਚਾਰੋ ਚਾਰ ਤੋ, ਬੈਠੀ ਸਭਾ ਅਸ਼ੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸੰਗਤ ਜੀ, ਗੁਰੂ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਲੜੀਵਾਰ ਅਸੀਂ ਨੌਵੇਂ ਪਾਤਸ਼ਾਹ ਜੀ ਦਾ ਇਤਿਹਾਸ ਸਰਵਣ ਕਰਦੇ ਹਾਂ। ਪਿਛਲੇ ਪ੍ਰਸੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਔਰੰਗਜ਼ੇਬ ਬਾਦਸ਼ਾਹ ਦੀ ਕਚਹਿਰੀ ਵਿੱਚ ਆਉਂਦੇ ਨੇ ਅਤੇ ਬਾਦਸ਼ਾਹ ਆਖਦਾ ਹੈ ਕਿ ਮੈਂ ਦੁਨੀਆ 'ਤੇ ਇੱਕੋ ਹੀ ਧਰਮ ਬਣਾਵਾਂਗਾ, ਉਹ ਇਸਲਾਮ ਧਰਮ ਹੋਵੇਗਾ। ਗੁਰੂ ਸਾਹਿਬ ਜੀ ਫਿਰ ਉਸਨੂੰ ਸਵਾ ਮਣ ਕਾਲੀਆਂ ਮਿਰਚਾਂ ਬਾਲਣ ਦੇ ਵਿਚਕਾਰ ਰੱਖ ਕੇ ਅੱਗ ਲਾਉਣ ਲਈ ਆਖਦੇ ਆ। ਇਹ ਉਹ ਕਰਦਾ ਅਤੇ ਉਹਦੇ ਵਿੱਚੋਂ 3 ਮਿਰਚਾਂ ਸਾਬਤ ਨਿਕਲਦੀਆਂ, ਜਿਨ੍ਹਾਂ ਨੂੰ ਅੱਗ ਛੋਹ ਵੀ ਨਹੀਂ ਸਕੀ। ਗੁਰੂ ਸਾਹਿਬ ਜੀ ਕਹਿਣ ਲੱਗੇ, ਬਾਦਸ਼ਾਹ ਤੁਸੀਂ ਇੱਕ ਧਰਮ ਬਣਾਉਣਾ ਚਾਹੁੰਦੇ ਹੋ 2 ਤੋਂ, ਇਹ 2 ਤੋਂ 3 ਹੋ ਜਾਣਗੇ। ਫਿਰ ਬਹੁਤ ਉਹਨੂੰ ਗੁੱਸਾ ਆਉਂਦਾ, ਕ੍ਰੋਧ ਆਉਂਦਾ ਹੈ ਬਾਦਸ਼ਾਹ ਨੂੰ ਕਿ ਇਹ ਮੇਰੀ ਮਰਜ਼ੀ ਤੋਂ ਗੱਲ ਉਲਟ ਹੋ ਰਹੀ ਆ। ਇਹ ਜਿਹੜੇ ਨੇ ਮੁਸਲਮਾਨ ਧਰਮ ਅਪਣਾ ਨਹੀਂ ਰਹੇ। ਗੁਰੂ ਤੇਗ ਬਹਾਦਰ ਜੀ ਅੱਗੋਂ ਹੋਰ ਗੱਲਾਂ ਆਖ ਰਹੇ ਆ ਅਤੇ ਉਹਨਾਂ ਨੂੰ ਕੈਦਖਾਨੇ ਵਿੱਚ ਭੇਜ ਦਿੰਦਾ ਸਤਿਗੁਰੂ ਜੀ ਨੂੰ। ਕ੍ਰੋਧੀ ਹੋ ਜਾਂਦਾ, ਲਾਲਚ ਦਿੰਦਾ ਕਿ ਮੈਂ ਗੁਰੂ ਸਾਹਿਬ ਜੀ ਨੂੰ ਇਸ ਤਰ੍ਹਾਂ ਮੁਸਲਮਾਨ ਬਣਾ ਲਾਂ। ਜ਼ਮੀਨ ਦੇ ਟੁਕੜੇ ਆਖਦਾ ਮੈਂ ਦੇ ਦੂੰਗਾ, ਸੋਨੇ ਦੀਆਂ ਮੋਹਰਾਂ ਵੀ ਦੇ ਦੂੰਗਾ, ਜੇ ਕੋਈ ਮੇਰੀ ਸ਼ਰ੍ਹਾ ਵਿੱਚ ਆਵੇ ਉਹਨੂੰ ਅਮੀਰ ਬਣਾਊਂਗਾ। ਇੱਥੋਂ ਤੱਕ ਕਿ ਆਪਣੀ ਪੁੱਤਰੀ ਜਿਹੜੀ ਆ, ਜੀਵਨ ਨਸਾ ਜੀ ਦਾ ਨਾਮ ਸੀਗਾ, ਅਤੇ ਉਹਦਾ ਨਿਕਾਹ ਵੀ ਕਰ ਦੂੰਗਾ ਉਹਦੇ ਨਾਲ। ਇਹ ਤੁਸੀਂ ਰਾਜ਼ੀ ਹੁੰਦੇ ਹੋ ਇਹ ਧਰਮ ਵਿੱਚ ਆਉਣ ਲਈ? ਇੱਥੋਂ ਤੱਕ ਕਿਹਾ। ਪਰ ਗੁਰੂ ਸਾਹਿਬ ਜੀ ਕਹਿਣ ਲੱਗੇ, ਜਿਹੜੇ ਧਰਮ ਹੁੰਦੇ ਨੇ ਉਹਨਾਂ ਨੂੰ ਪਰਮਾਤਮਾ ਚਲਾਉਂਦਾ, ਦੂਜੇ ਧਰਮਾਂ ਦਾ ਅਸੀਂ ਸਤਿਕਾਰ ਕਰਨਾ ਹੁੰਦਾ, ਉਹਨਾਂ ਦੇ ਗ੍ਰੰਥਾਂ ਦਾ। ਤੇਰੇ ਵਾਂਗ ਨਹੀਂ ਕਿ ਉਹਨਾਂ ਨੂੰ ਜਾ ਕੇ ਮਿਟਾ ਦਿਓ ਜਾਂ ਹਟਾ ਦਿਓ ਜਾਂ ਮੰਦਰਾਂ ਨੂੰ ਢਹਾ ਦਿਓ। ਐਸੀਆਂ ਜਦੋਂ ਗੱਲਾਂ ਗੁਰੂ ਸਾਹਿਬ ਜੀ ਨੇ ਕੀਤੀਆਂ ਕਿ ਜਿਹਦੇ ਵੱਲ ਰੱਬ ਹੋ ਜੇ ਫਿਰ ਉਹ ਧਰਮ ਕਿਵੇਂ ਖਤਮ ਹੋ ਸਕਦਾ। ਤੇਰੇ ਵਰਗੇ ਕਈ ਰਾਜੇ ਆਏ ਆ ਅਤੇ ਕਈ ਗਏ ਆ, ਪਰ ਪਰਮਾਤਮਾ ਸਦਾ ਵਾਲਾ ਰਾਜਾ ਹੈ, ਸਦਾ ਵਾਲਾ, ਹਮੇਸ਼ਾ ਰਹਿਣ ਵਾਲਾ, ਸਦੀਵੀ। ਅਤੇ ਤੂੰ ਕੁਝ ਚਿਰ ਹੈ ਫਿਰ ਨਹੀਂ ਹੈ। ਗੁੱਸਾ ਆ ਗਿਆ, ਗੁਰੂ ਸਾਹਿਬ ਜੀ ਨੂੰ ਕੈਦਖਾਨੇ ਭੇਜ ਦਿੱਤਾ। ਇੱਥੋਂ ਤੱਕ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਸੀ ਸੰਗਤ ਜੀ। ਸੋ ਆਓ ਅੱਗੇ ਹੁਣ ਅਧਿਆਏ 49ਵਾਂ ਹੈ। ਅਤੇ ਕੈਦ ਦੇ ਵਿੱਚੋਂ ਸਿੱਖਾਂ ਦੇ ਘਰੇ ਜਦੋਂ ਗੁਰੂ ਸਾਹਿਬ ਜੀ ਨੇ ਪ੍ਰਸ਼ਾਦਾ ਛਕਿਆ ਸੀ,
ਸੀਗੇ ਕੈਦ ਵਿੱਚ, ਪਰ ਕੈਦ ਵਿੱਚੋਂ ਨਿਕਲ ਕੇ ਚਲੇ ਗਏ ਸੀ ਬਾਹਰ। ਇੱਕ ਸਿੱਖ ਦੀ ਤਮੰਨਾ ਸੀ ਕਿ ਗੁਰੂ ਜੀ ਮੇਰੇ ਘਰੇ ਆਓ। ਉਹ ਸਤਿਗੁਰੂ ਜੀ ਨੇ ਕਿਵੇਂ ਪੂਰੀ ਕੀਤੀ ਉਹਦੀ ਇੱਛਾ? ਗੁਰਸਿੱਖ ਦੀ ਸ਼ਰਧਾ ਸੀਗੀ ਬਹੁਤ ਜ਼ਿਆਦਾ। ਉਹੀ ਪ੍ਰਸੰਗ ਨੂੰ ਹੁਣ ਕਵੀ ਜੀ ਆਖਣਗੇ। ਸੋ ਆਓ, ਜਿਵੇਂ ਗੁਰੂ ਸਾਹਿਬ ਜੀ ਬੁਲਾਉਣਗੇ ਤਿਵੇਂ ਉਹਨਾਂ ਦੀ ਕਿਰਪਾ ਸਦਕਾ ਆਪਾਂ ਇਹ ਜੋ ਇਤਿਹਾਸ ਆ ਸਾਰੇ ਸਰੀਰ ਨੂੰ ਕੰਨ ਬਣਾ ਕੇ ਪ੍ਰੇਮ ਦੇ ਨਾਲ ਦਿਲ ਵਿੱਚ ਪਿਆਰ ਲਿਆ ਕੇ ਗੁਰੂ ਤੇਗ ਬਹਾਦਰ ਜੀ ਦਾ ਆਓ ਸਰਵਣ ਕਰੀਏ। ਦੋਹੇਰਾ ਕਾਰਾਗ੍ਰਹਿ ਮੈਂ ਸਤਿਗੁਰੂ ਪਠ ਦੀਨੇ ਤੁਰ ਕੇਸ। ਗੁਰੂ ਸਾਹਿਬ ਜੀ ਦੀਆਂ ਜਿਹੜੀਆਂ ਗੱਲਾਂ ਸੀਗੀਆਂ, ਵਿਚਾਰ ਸਨ, ਉਹ ਔਰੰਗਜ਼ੇਬ ਦੇ ਹਜਮ ਨਹੀਂ ਹੋਈਆਂ। ਉਹਨੇ ਸਤਿਗੁਰੂ ਜੀ ਨੂੰ ਫਿਰ ਕੈਦਖਾਨੇ ਭੇਜ ਦਿੱਤਾ। ਨਿਦੇ ਵਿਚਾਰ ਉਚਾਰ ਤੋਂ ਬੈਠੀ ਸਭਾ ਅਸ਼ੇਸ। ਜਿਹੜੀ ਸਾਰੀ ਸਭਾ ਸੀ ਨਾ, ਉਹਦੇ ਵਿੱਚ ਬੈਠਾ ਹੋਇਆ ਔਰੰਗਜ਼ੇਬ ਮਨ ਦੇ ਵਿੱਚ ਸੋਚ ਰਿਹਾ ਹੈ, ਸੋਚਾਂ ਵਿੱਚ ਡੁੱਬਿਆ ਹੋਇਆ ਸੀ। ਚੌਪਈ ਇਹ ਹਿੰਦੁਨ ਕੋ ਗੁਰੂ ਕਹਾਵੈ। ਸੋਚਣ ਲੱਗਾ ਕਿ ਤਾਂ ਹਿੰਦੂਆਂ ਦੇ ਗੁਰੂ ਕਹਾਉਂਦੇ ਆ, ਸਾਰੇ ਹਿੰਦੂ ਇਹਨਾਂ ਦੇ ਅੱਗੇ ਮੱਥਾ ਟੇਕਦੇ ਹਨ। ਅਜਮਤ ਇਸਮੇ ਦ੍ਰਿਸ਼ਟ ਸੋ ਆਵੈ। ਇਹਨਾਂ ਵਿੱਚ ਅਜਮਤ ਹੈ, ਇਹਨਾਂ ਵਿੱਚ ਕਰਾਮਾਤ ਆ, ਇਹ ਮੈਂ ਪ੍ਰਗਟ ਰੂਪ ਵਿੱਚ ਦੇਖ ਲਈ ਹੈ ਹੁਣ। ਅਗਨ ਬਿਰਦ ਮੈਂ ਮਿਰਚੈ ਤੀਨ। ਇੰਨੇ ਵੱਡੇ ਅੱਗ ਦੇ ਭਾਂਬੜ ਦੇ ਵਿੱਚ 3 ਮਿਰਚਾਂ ਸੜੀਆਂ ਹੀ ਨਹੀਂ, ਸੜਨ ਨਹੀਂ ਦਿੱਤੀਆਂ ਹਨ। ਇਹਨਾਂ ਨੇ ਹੀ ਕੀਤਾ ਇਹ। ਜਲਨ ਦਈ ਦਿਖਾਵਣ ਕੀਨ। ਤੇ ਉਹ ਨਾ ਸੜੀਆਂ ਹੋਈਆਂ ਮਿਰਚਾਂ ਸਾਨੂੰ ਦਿਖਾ ਦਿੱਤੀਆਂ ਤੇ ਆਪਦਾ ਜਿਹੜਾ ਉੱਤਰ ਆ ਉਹ ਦੇ ਦਿੱਤਾ। ਇਹ ਦ੍ਰਿਸ਼ਟਾਂਤ ਦੁਆਰਾ। ਅਪਰ ਪੰਚ ਮਨ ਸਗਰੀ ਜਰੀ। ਹੋਰ 5 ਮਣ ਮਿਰਚਾਂ ਜਿਹੜੀਆਂ ਸੀ ਤੇ ਉਹ ਸੜ ਗਈਆਂ ਨੇ। ਤੇ ਇਹ ਕਿਵੇਂ ਹੋਵੇਗਾ ਕਿ 3 ਮਿਰਚਾਂ ਕਿਵੇਂ ਵੱਢ ਸਕਦੀਆਂ? ਤਾਂ ਇਹ ਸੋਚਾਂ ਵਿੱਚ ਡੁੱਬਿਆ ਹੋਇਆ ਬਾਦਸ਼ਾਹ। ਬਿਨਾ ਤੀਨ ਤੇ ਇੱਕ ਨਾ ਵਾਰੀ। ਕਹਿੰਦੇ ਕਿਵੇਂ ਹੋ ਸਕਦਾ? ਬਾਕੀ ਤੇ 5 ਮਣ ਮਿਰਚਾਂ ਸੜ ਗਈਆਂ, 3 ਕਿਵੇਂ ਬਚ ਸਕਦੀਆਂ? ਇਹ ਕਿਵੇਂ ਹੋ ਸਕਦਾ ਹੈ? ਕਰਾਮਾਤ ਇਹ ਨਹੀਂ ਦਿਖਾਵੇ। ਇਸ ਕਰਕੇ ਇਹ ਕਰਾਮਾਤ ਨਹੀਂ ਦਿਖਾਉਣਗੇ ਤੇ ਫਿਰ ਤਾਂ ਇਹਨਾਂ ਦੇ ਉੱਪਰ ਮੈਂ ਜ਼ੁਲਮ ਕਰਾਂਗਾ। ਹਜੇ ਵੀ ਜੇ ਨਹੀਂ ਮੰਨਣਗੇ, ਇਹ ਉਹਨੂੰ ਕਰਾਮਾਤ ਲੱਗੀ ਔਰੰਗਜ਼ੇਬ ਨੂੰ, ਇੰਨੀਆਂ ਮਿਰਚਾਂ ਵਿੱਚੋਂ 3 ਦਾ ਬਚ ਜਾਣਾ। ਤੇ ਸੋਚ ਰਿਹਾ ਇਹ ਵੱਡੇ ਗੁਰੂ ਆ, ਕੋਈ ਭਾਰੀ ਗੁਰੂ ਲੱਗਦੇ ਹਨ। ਪਠ ਕਲਮਾ ਨਾ ਸ਼ਰਮ ਆਵੈ। ਕਹਿਣ ਲੱਗਾ ਨਾ ਤਾਂ ਇਹ ਕਰਾਮਾਤ ਦਿਖਾਉਣ ਨੂੰ ਮੰਨਦੇ ਆ ਤੇ ਨਾ ਹੀ ਕਲਮਾ ਪੜ੍ਹਨ ਨੂੰ ਮੰਨਦੇ ਆ। ਭਾਵ ਕਿ ਕਲਮਾ ਪੜ੍ਹਨਾ ਭਾਵ ਕੁਰਾਨ ਸ਼ਰੀਫ ਦੀਆਂ ਆਇਤਾਂ ਪੜ੍ਹਨੀਆਂ। ਤੇ ਗੁਰੂ ਸਾਹਿਬ ਜੀ ਪੜ੍ਹ ਵੀ ਲੈਣਗੇ, ਉਹ ਕੁਰਾਨ ਸ਼ਰੀਫ ਪੜ੍ਹ ਵੀ ਲੈਣਗੇ, ਪਰ ਜਦੋਂ ਔਰੰਗਜ਼ੇਬ ਵਰਗਾ ਰਾਜਾ ਕਹੂਗਾ ਕਿ ਧੱਕੇ ਨਾਲ ਇਹ ਮੈਂ ਪੜ੍ਹਾਉਣੀ ਆ, ਉਦੋਂ ਨਹੀਂ ਗੁਰੂ ਜੀ ਪੜ੍ਹਨਗੇ। ਕਹਿਣ ਲੱਗਾ ਕਿ ਇਹ ਕਲਮਾ ਨਹੀਂ ਪੜ੍ਹਨਗੇ, ਸ਼ਰ੍ਹਾ ਵਿੱਚ ਨਹੀਂ ਆਉਣਗੇ ਕਦੇ ਵੀ। ਆਪਣੇ ਹੱਠ ਕੋ ਦ੍ਰਿੜ ਕਰ ਪਾਲੈ। ਇਹ ਤਾਂ ਬਹੁਤ ਆਪਣੇ ਹੱਠ ਨੂੰ ਕੋਈ ਐਸਾ ਸਾਧੂ ਆ ਜਿਹੜਾ ਪਾਲ ਰਿਹਾ ਹੈ। ਕਹੇ ਹਮਾਰੇ ਪਰ ਨਹੀਂ ਚੱਲ। ਸਾਡੇ ਕਹਿਣ ਦੇ ਅਨੁਸਾਰ ਨਹੀਂ ਚੱਲੇਗਾ, ਇਹ ਮੈਂ ਭੇਦ ਪਾ ਲਿਆ। ਔਰੰਗਜ਼ੇਬ ਮਨ ਹੀ ਮਨ ਸੋਚ ਰਿਹਾ ਹੈ। ਭਇਓ ਕੈਦ ਦੁੱਖ ਲਹਿ ਕਨੇਰਾ। ਤਾਂ ਹੀ ਕਹਿੰਦੇ ਇਹਨਾਂ ਨੂੰ ਮੈਂ ਕੈਦ ਕੀਤਾ ਨਾ। ਹੁਣ ਇਹ ਕਹਿਣਾ ਨਹੀਂ ਮੰਨ ਰਹੇ, ਸਿੱਧੇ ਸਿੱਧੇ ਨਹੀਂ ਆ ਰਹੇ। ਕਿਉਂਕਿ ਜੇ ਤਾਂ ਕੋਈ ਲਾਲਚ ਨਾ ਇਸਲਾਮ ਧਰਮ ਕਬੂਲ ਲੈਂਦਾ ਸੀ, ਔਰੰਗਜ਼ੇਬ ਉਹਨੂੰ ਤਾਂ ਮਾਲਾ ਮਾਲ ਕਰਦਾ ਸੀ, ਪੈਸੇ ਦਿੰਦਾ ਸੀ। ਜੇ ਕੋਈ ਨਹੀਂ ਮੰਨਦਾ ਸੀ ਉਹਨੂੰ ਕੈਦ ਦਿੰਦਾ ਸੀ, ਜੇ ਫਿਰ ਵੀ ਨਹੀਂ ਕੋਈ ਮੰਨਦਾ ਸੀ ਉਹਨੂੰ ਮੌਤ ਦਿੰਦਾ ਸੀ। ਇਹੋ ਜਿਹਾ ਰਾਜਾ ਸੀ। ਇਸ ਕਰਕੇ ਕਹਿੰਦਾ ਇਹਨਾਂ ਨੂੰ ਕੈਦ ਵਿੱਚ ਸੁੱਟ ਦਿੱਤਾ ਹੈ, ਹੁਣ ਬਹੁਤ ਦੁੱਖ ਪਾਉਣਾ ਹੈ। ਤੋ ਨ
ਮਾਨਤ ਹੈ ਇੱਕ ਵੇਰਾ। ਕਹਿੰਦੇ ਚਲੋ ਹੁਣ ਤਸੀਹੇ ਦੇ ਕੇ ਮਨਾ ਲਵਾਂਗੇ, ਕੋਈ ਨਾ ਕੋਈ ਉਪਚਾਰ ਕਰਦੇ ਆ, ਕੈਦ ਵਿੱਚ ਪਾ ਕੇ ਇਹਨਾਂ ਨੂੰ। ਸੁਣ ਕਰ ਸਰਾ ਫਾਸ ਕੇ ਬੰਦੇ। ਇਵੇਂ ਕੱਟੜ ਸੁੰਨੀ ਮੁਸਲਮਾਨ ਹੈ ਔਰੰਗਜ਼ੇਬ ਬਾਦਸ਼ਾਹ, ਤੇ ਉਹ ਅੰਧ ਵਿਸ਼ਵਾਸ ਦੀਆਂ ਜਿਹੜੀਆਂ ਰੱਸੀਆਂ ਨੇ ਨਾ, ਜੰਜੀਰਾਂ, ਉਹਦੇ ਨਾਲ ਬੰਨਿਆ ਪਿਆ ਹੈ। ਮੌਲਵੀਆਂ ਨੇ ਇਹਨੂੰ ਬੰਨ ਕੇ ਰੱਖਿਆ ਹੋਇਆ ਹੈ। ਨਰੰਗ ਸੰਗ ਭਨੇ ਮਤ ਅੰਦੇ। ਅੰਨੀ ਮੱਤ ਵਾਲੇ ਮੌਲਵੀ, ਕਾਜੀ, ਮੁਲਾਣੇ ਇਕੱਠੇ ਹੋ ਕੇ ਕਹਿਣ ਲੱਗੇ ਔਰੰਗਜ਼ੇਬ ਨੂੰ, ਰਾਖੋ ਕੈਦ ਤਾੜ ਨਾ ਲਹਿ। ਕਹਿੰਦੇ ਇਹ ਗੁਰੂ ਜਿਹੜਾ ਹੈ ਨਾ, ਇਹਨੂੰ ਕੈਦ ਵਿੱਚ ਰੱਖੋ, ਇਹਨੂੰ ਸਬਕ ਸਿਖਾਓ। ਕਿਵੇਂ? ਇਹਨੇ ਤੁਹਾਡੇ ਅੱਗੇ ਕਹਿਤਾ ਹੈ ਕਿ ਇਹ ਇਸਲਾਮ ਧਰਮ ਤੋਂ ਅੱਗੇ 3 ਧਰਮ ਹੋ ਜਾਣਗੇ, 2 ਤੋਂ 3। ਇਹਨੂੰ ਕੈਦ ਵਿੱਚ ਰੱਖੋ, ਸਜ਼ਾ ਦੇਵੋ ਇਸ ਫਕੀਰ ਨੂੰ। ਹੁਣ ਸਰਬ ਪਕਾਰ ਕਠਨ ਹੋਏ ਰਹਿ। ਇਹਨਾਂ ਨੂੰ ਇਦਾਂ ਦੀ ਸਜ਼ਾ ਦੇਵੋ, ਦੁਖੀ ਹੋਣ, ਤਕਲੀਫ ਹੋਵੇ ਇਹਨਾਂ ਨੂੰ। ਇਹੋ ਜੀ ਕੋਈ ਵਿਧੀ ਬਣਾਓ ਰਾਜਨ। ਮਿਲ ਬੈ ਦਿਓ ਨ ਕਿਸ ਕੈ ਸੰਗ। ਇਹਨਾਂ ਦੀ ਕਿਸੇ ਨਾਲ ਵੀ ਮੁਲਾਕਾਤ ਨਾ ਹੋਣ ਦਿਓ, ਇਹਨਾਂ ਨੂੰ ਅਲੱਗ ਕਰ ਦੇਵੋ ਗੁਰਸਿੱਖਾਂ ਨਾਲੋਂ। ਪਾਵਤ ਕਸ਼ਟ ਬੰਦ ਇਹੋ ਅੰਗ। ਇਹਨਾਂ ਦੇ ਅੰਗਾਂ ਨੂੰ ਬੰਨ੍ਹ ਲਵੋ ਤਾਂ ਕਿ ਕਸ਼ਟ ਪਾਉਣ। ਬੇੜੀਆਂ ਪਾ ਦਿਓ ਇਹਨਾਂ ਦੇ ਪੈਰਾਂ ਦੇ ਵਿੱਚ। ਬਹੁਤ ਦਿਨ ਮੈਂ ਉਕਲਾਏ ਬਸਾਲੇ। ਬਸ ਕੁਝ ਦਿਨਾਂ ਦੀ ਗੱਲ ਆ। ਇੱਕ ਮੌਲਵੀ ਕਹਿੰਦਾ ਸੀ ਤੇ ਕਿ ਇਹਨੇ ਫਿਰ ਗੁਰੂ ਨੇ ਨਾ ਮੰਨ ਜਾਣਾ ਜਦੋਂ ਦੁਖੀ ਹੋਵੇਗਾ। ਕਹੈ ਤੁਮਾਰੀ ਮੈਂ ਤਬ ਚਾਲੇ। ਫਿਰ ਜਿਵੇਂ ਤੁਸੀਂ ਰਾਜਨ ਕਹਿ ਦੋਗੇ ਉਵੇਂ ਹੋ ਜਾਏਗਾ। ਇਹ ਗੁਰੂ ਤੇਗ ਬਹਾਦਰ ਜੋ ਹਨ, ਉਹਨਾਂ ਨੇ ਮੁਸਲਮਾਨ ਬਣ ਜਾਣਾ। ਇਹਨਾਂ ਨੂੰ ਥੋੜੀ ਕੁ ਸਜ਼ਾ ਦੇ ਕੇ ਪਹਿਲਾਂ ਦੇਖਣਾ ਕਰੋ। ਐਮ ਸ੍ਰੀ ਤੇਗ ਬਹਾਦਰ ਗਏ। ਇਸ ਤਰ੍ਹਾਂ ਜਿਹੜੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਹਨ, ਤੇ ਉਹ ਕੈਦਖਾਨੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ। ਉਹ ਜਾਣਦੇ ਸੀ ਕਿ ਹੁਕਮ ਆ, ਤੇ ਆਰਾਮ ਦੇ ਨਾਲ ਸਤਿਗੁਰੂ ਜੀ ਚਲੇ ਗਏ ਹਨ। ਕਾਰਾਗ੍ਰਹਿ ਮੈਂ ਬੈਠਤ ਭੈ। ਕੈਦਖਾਨੇ ਵਿੱਚ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੱਥੇ ਜਾਂਦੇ ਨੇ, ਉਹ ਹਰ ਜਗ੍ਹਾ ਜੰਨਤ ਹੋ ਜਾਂਦੀ। ਬੈਕੁੰਠ ਨਗਰ ਜਹਾਂ ਸੰਤ ਵਾਸਾ। ਜੇਲ੍ਹ 'ਚ ਵੀ ਜੇ ਗੁਰੂ ਸਾਹਿਬ ਜੀ ਜਾਣਗੇ, ਜੇਲ੍ਹ ਵੀ ਸਵਰਗ ਆ। ਕੈਦਖਾਨੇ ਵਿੱਚ ਜਾ ਕੇ ਸਤਿਗੁਰੂ ਜੀ ਸੱਜ ਗਏ ਹਨ ਜਦੋਂ। ਦਿੱਲੀ ਨਗਰ ਬਸੇ ਸਿੱਖ ਗੁਰ ਕੇ। ਦਿੱਲੀ ਦੇ ਵਿੱਚ ਬਹੁਤ ਪ੍ਰੇਮ ਕਰਨ ਵਾਲੇ ਗੁਰੂ ਸਾਹਿਬ ਜੀ ਨੂੰ ਸਿੱਖ ਵਸਿਆ ਕਰਦੇ ਸੀ। ਬਹੁਤ ਜਿਨ੍ਹਾਂ ਨੇ ਪ੍ਰੇਮ ਬਣਾਇਆ ਹੈ। ਤਾਰੇ ਪ੍ਰੇਮ ਭਾਉ ਦਿੜ ਉਰ ਕੇ। ਇਹਨਾਂ ਦੇ ਹਿਰਦੇ ਵਿੱਚ ਬਹੁਤ ਪ੍ਰੇਮ ਹੈ ਗੁਰੂ ਸਾਹਿਬ ਜੀ ਦੇ ਨਾਲ। ਬਹੁਤ ਸ਼ਰਧਾ ਬਣੀ ਹੈ ਗੁਰਸਿੱਖਾਂ ਦੀ। ਇੱਕ ਸਿੱਖ ਨੇ ਗੁਰ ਹਿਤ ਆਹਾਰਾ। ਇੱਕ ਸਿੱਖ ਜਿਹੜਾ ਸੀ ਉਹ ਗੁਰੂ ਸਾਹਿਬ ਜੀ ਨੂੰ ਭੋਜਨ ਛਕਾਉਣਾ ਚਾਹੁੰਦਾ। ਉਹਦੇ ਦਿਲ ਦੇ ਵਿੱਚ ਬੜੀ ਪ੍ਰੀਤ ਹੈ, ਬੜੀ ਤੜਫ ਹੈ ਇਸ ਗੱਲ ਨੂੰ ਲੈ ਕੇ ਜੀ। ਕਰਨ ਹੋਤੋ ਤਨ ਹਿਰਦੇ ਵਿਚਾਰਾ। ਉਹ ਰੋਜ਼ ਸੋਚਦਾ ਕਿ ਕਦੋਂ ਮੈਂ ਗੁਰੂ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਵਾਂਗਾ, ਕਦੋਂ ਦਿਨ ਆਵੇਗਾ। ਏਦਾਂ ਮੁੜ ਮੁੜ ਸੋਚਦਾ ਹੈ। ਅਬ ਤੋ ਪੁਰ ਮੈਂ ਸਤਿਗੁਰ ਰਹਿ। ਕਹਿਣ ਲੱਗੇ ਹੁਣ ਤਾਂ ਨਗਰ ਵਿੱਚ ਸਤਿਗੁਰੂ ਜੀ ਆ ਗਏ ਨੇ, ਇੱਥੇ ਹੀ ਰਹਿੰਦੇ ਆ ਦਿੱਲੀ ਦੇ ਵਿੱਚ। ਸੋ ਸਿੱਖਿਅਨ ਕੇ ਸੁਆਮੀ ਹੈ। ਜਿਹੜੇ ਸੁਆਮੀ ਜੀ ਹਨ ਸਾਡੇ, ਜਿਹੜੇ ਸਾਰੇ ਸਿੱਖਾਂ ਦੇ ਸੁਆਮੀ ਜੀ ਹਨ, ਵੱਡਿਆਂ ਤੋਂ ਵੀ ਵੱਡੇ, ਉੱਚਿਆਂ ਤੋਂ ਵੀ ਉੱਚੇ ਨੇ। ਤਿਨ ਕੇ ਆਪਣੇ ਸਦਨ ਬੁਲਾਏ। ਹੁਣ ਉਹਨਾਂ ਨੂੰ ਆਪਣੇ ਘਰ ਬੁਲਾਈਏ ਜੀ, ਉਹਨਾਂ ਨੂੰ ਇੱਥੇ ਲਿਆਈਏ ਜੀ ਸਤਿਗੁਰੂ ਜੀ ਨੂੰ। ਅਸਨ ਅਚਾਵੋ ਰੁਚਰ ਬਣਾਏ। ਸਵਾਦੀ ਜਿਹੜਾ ਭੋਜਨ ਆ ਤਿਆਰ ਕਰਕੇ ਛਕਾਈਏ ਉਹਨਾਂ ਨੂੰ। ਇਸ ਤਰ੍ਹਾਂ ਸੋਚਦਾ ਗੁਰਸਿੱਖ ਮਨ ਦੇ ਵਿੱਚ। ਕੈਦ ਮੈਂ ਜੋ ਨਹੀਂ ਆਵੇ। ਪਰ ਫਿਰ ਬਹੁਤ ਉਦਾਸ ਹੋ ਕੇ ਕਹਿਣ ਲੱਗਾ, ਉਹਨਾਂ ਨੂੰ ਤਾਂ ਔਰੰਗਜ਼ੇਬ ਨੇ ਕੈਦ 'ਚ ਪਾਤਾ, ਹੁਣ ਕੈਦ ਵਿੱਚ ਰੱਖਿਆ ਹੋਇਆ ਹੈ। ਲੈ ਕਰ ਜਾਓ ਤਿਸੀ ਥਲ ਖਾਵੇ। ਇਉਂ ਕਰਦਾ ਜੇਲ੍ਹ ਦੇ ਵਿੱਚ ਹੀ ਉਹਨਾਂ ਨੂੰ ਕੈਦਖਾਨੇ 'ਚ ਭੋਜਨ ਦੇ ਆਉਂਦਾ ਹਾਂ। ਜੇ ਮੈਨੂੰ ਆਗਿਆ ਮਿਲੇਗੀ ਤੇ ਮੈਂ ਆਪ ਅੰਦਰ ਚਲਾ ਜਾਵਾਂਗਾ। ਲੈ ਕਰ ਜਾਓ ਤਿਸੀ ਥਲ ਖਾਵੇ। ਫਿਰ ਉੱਥੇ ਹੀ ਛਕ ਲੈਣਗੇ, ਜੇਲ੍ਹ ਦੇ ਵਿੱਚ ਹੀ ਛਕਾ ਦੇਵਾਂਗਾ ਪ੍ਰਸ਼ਾਦਾ। ਸਭ ਤੇ ਅਦਕ ਭਾਗ ਵਡਿਆਈ। ਜੇ ਇਹ ਗੱਲ ਹੋ ਜੇ ਨਾ ਤੇ ਮੇਰੇ ਦਿਲ ਦੀ ਰੀਝ ਪੂਰੀ ਹੁੰਦੀ ਆ।
ਮੇਰੇ ਹੱਥ ਦਾ ਬਣਿਆ ਗੁਰੂ ਸਾਹਿਬ ਜੀ ਜੇ ਪ੍ਰਸ਼ਾਦਾ ਛਕਦੇ ਹਨ, ਮੋਹੇ ਮੋਹੇ ਕੋ ਜੇ ਬਣ ਜਾਏ। ਇਸ ਤਰ੍ਹਾਂ ਫਿਰ ਕਹਿਣ ਲੱਗੇ ਕਿ ਮੈਂ ਗੁਰੂ ਸਾਹਿਬ ਜੀ ਨੂੰ ਨਾ ਇਹ ਪ੍ਰਸ਼ਾਦਾ ਛਕਾਵਾਂਗਾ, ਇਹ ਵੱਡੇ ਭਾਗ ਹੋਣਗੇ ਮੇਰੇ ਜੇ ਉਹ ਛਕ ਲੈਣ, ਵੱਡੀ ਵਡਿਆਈ ਹੋਵੇਗੀ। ਮਮ ਕਰ ਚਰਨ ਪਾਏ ਨਹਿ ਜੇ। ਜੇ ਮੇਰੇ ਘਰ ਵਿੱਚ ਗੁਰੂ ਜੀ ਚਰਨ ਨਹੀਂ ਪਾਉਣਗੇ ਫੇਰ ਤਾਂ ਕਹਿੰਦੇ ਮੇਰੀ ਬਦਕਿਸਮਤੀ ਹੋਈ ਨਾ, ਮੇਰੇ ਕਰਮ ਮਾੜੇ ਹੋ ਸਕਦੇ ਆ, ਮੇਰਾ ਹੀ ਕੋਈ ਕਸੂਰ ਹੋਵੇਗਾ। ਤਹਿਆ ਗਏ ਤੂੰ ਵਚੇ ਨ ਤੇ। ਫਿਰ ਜੇ ਭੋਜਨ ਨਹੀਂ ਛਕਣਗੇ, ਮੈਨੂੰ ਨਹੀਂ ਜਾਣ ਦੇਣਗੇ ਸਿਪਾਹੀ ਅੰਦਰ, ਮੈਂ ਆਪਣੀ ਬਦਕਿਸਮਤੀ ਸਮਝਾਂਗਾ ਇਸ ਗੱਲ ਦੇ ਵਿੱਚ। ਮੰਦ ਭਾਗ ਆਪਣੋ ਤਬ ਜਾਨੋ। ਫਿਰ ਤਾਂ ਮੇਰੇ ਬਹੁਤ ਮਾੜੇ ਭਾਗ ਆ, ਜੇ ਮੈਂ ਹੁੰਦਾ ਨਾ ਫਿਰ ਤਾਂ ਮੈਂ ਆਪਦੇ ਨਸੀਬ ਨੂੰ ਹੀ ਖੋਟਾ ਕਹਾਂਗਾ। ਗੁਰ ਪ੍ਰਸੰਨ ਹੈ ਮਾਨੂ ਇਤਿਆਦਿਕ ਗੁਣ ਤਰਕ ਵਿਚਾਰਤ। ਫਿਰ ਉਹ ਆਪਦੇ ਆਪ ਨੂੰ ਕੋਸਦਾ ਜਦੋਂ ਸਿੱਖ। ਗੁਰੂ ਸਾਹਿਬ ਜੀ ਮਹਾਰਾਜ ਨੇ ਵਿਚਾਰ ਕੀਤੀ, ਪ੍ਰੇਮ ਦੇਖਿਆ ਗੁਰਸਿੱਖ ਦਾ, ਗਇਓ ਕੈਦ ਥਲ ਹੋਏ ਪ੍ਰੇਮਾਰਤ। ਫਿਰ ਇਹ ਜਿਹੜਾ ਗੁਰਸਿੱਖ ਸੀਗਾ ਪ੍ਰੇਮ ਧਾਰ ਕੇ ਕੈਦਖਾਨੇ ਵਾਲੀ ਜਗ੍ਹਾ ਤੇ ਪਹੁੰਚ ਗਿਆ ਹੈ। ਮੂਝ ਸਪਹਿਨ ਗਾ ਗੁਰ ਪਾਸ। ਸਿਪਾਹੀਆਂ ਨੂੰ ਜਿਵੇਂ ਕਿਵੇਂ ਮਨਾ ਕੇ ਪੁੱਛ ਕੇ ਫਿਰ ਗੁਰੂ ਜੀ ਦੇ ਕੋਲ ਪਹੁੰਚ ਗਿਆ ਹੈ। ਕਰੋ ਪਿਓ ਟਿਕ ਕੈ ਅਰਦਾਸ। ਤੇ ਨਜ਼ਦੀਕ ਖੜੇ ਹੋ ਕੇ ਗੁਰੂ ਸਾਹਿਬ ਜੀ ਨੂੰ ਇਸ ਪਵਿੱਤਰ ਮਨੁੱਖ ਨੇ, ਪਵਿੱਤਰ ਸਿੱਖ ਨੇ ਬੇਨਤੀ ਕਹੀ ਇਸ ਤਰ੍ਹਾਂ। ਨਮੋ ਠਾਨ ਕਰ ਜੋੜੇ ਹਾਥ। ਪਹਿਲਾਂ ਤਾਂ ਹੱਥ ਜੋੜ ਕੇ ਨਮਸਕਾਰ ਹੀ ਕੀਤੀ ਹੈ, ਸਜਦਾ ਕੀਤਾ ਹੈ ਪਿਆਰੇ ਜੀ ਨੂੰ। ਬੋਲਤ ਬਲੋਚਨ ਜਲ ਕੇ ਸਾਥ। ਦੋਵੇਂ ਅੱਖਾਂ ਜਿਹੜੀਆਂ ਨੇ ਜਲ ਦੇ ਨਾਲ, ਪਾਣੀ ਨਾਲ, ਹੰਝੂਆਂ ਨਾਲ ਭਰੀਆਂ ਹੋਈਆਂ ਹਨ ਗੁਰਸਿੱਖ ਦੀਆਂ। ਸੁਣੋ ਨਾਥ ਅਬਲਾਖਾ ਮੋਰੀ। ਕਹਿਣ ਲੱਗਾ ਫਿਰ, ਹੇ ਗੁਰੂ ਸਾਹਿਬ ਜੀ, ਸੱਚੇ ਪਾਤਸ਼ਾਹ ਜੀ, ਇੱਕ ਬੇਨਤੀ ਹੈ ਮੇਰੀ। ਬੋਧ ਸੋਵਨ ਕੀਰ ਦੇ ਬਡੇਰੀ। ਬਹੁਤ ਦਿਨਾਂ ਤੋਂ ਮੇਰੇ ਹਿਰਦੇ ਵਿੱਚ ਇੱਕ ਵੱਡੀ ਅਬਲਾਖਾ ਬਣੀ ਹੋਈ ਹੈ। ਸ੍ਰੀ ਗੁਰ ਸਦਨ ਚਰਨ ਕੋ ਪਾਵੈ। ਇਵੇਂ ਗੁਰੂ ਸਾਹਿਬ ਜੀ ਇਹ ਤਮੰਨਾ ਕਿ ਤੁਸੀਂ ਮੇਰੇ ਘਰ ਵਿੱਚ ਚਰਨ ਪਾਓ ਜੀ, ਇਹ ਮੇਰੇ ਦਿਲ ਦੀ ਬੜੀ ਰੀਝ ਹੈ। ਮੋਰ ਹਾਥ ਤੇ ਭੋਜਨ ਖਾਵੈ। ਤੇ ਮੈਂ ਆਪਣੇ ਹੱਥਾਂ ਦੇ ਨਾਲ ਤੁਹਾਨੂੰ ਭੋਜਨ ਛਕਾਵਾਂ, ਇਹ ਐਸੀ ਬਸ ਇਹੀ ਰੀਝ ਆ, ਹੋਰ ਕੋਈ ਮੇਰਾ ਸੁਪਨਾ ਨਹੀਂ ਹੈ ਇਸ ਤੋਂ ਬਿਨਾ। ਅਸਮੰਜਨ ਮਜਾਣੇ ਵਿਦ ਜੋ। ਜਿਹੜੀ ਗੱਲ ਗੁਰੂ ਸਾਹਿਬ ਜੀ ਦੀ ਕੈਦਖਾਨੇ ਵਿੱਚੋਂ ਮੇਰੇ ਘਰ ਆਉਣ ਦੀ ਆ, ਉਹੀ ਮੇਰੇ ਦਿਲ ਦੀ ਤਮੰਨਾ ਜਾਣੋ ਜੀ। ਨਹਿ ਚਾਹੋ ਤ ਮੋਹੇ ਕੋ ਤੋ। ਇਹ ਕਠਨ ਤੇ ਅਨਹੋਣੀ ਜੀ ਜਾਪਦੀ ਆ ਕਿ ਤੁਸੀਂ ਤਾਂ ਇੱਥੇ ਕੈਦਖਾਨੇ ਜੋ, ਤੁਸੀਂ ਕਿਵੇਂ ਘਰ ਆਵੋਗੇ, ਔਖਾ ਲੱਗ ਰਿਹਾ ਹੈ। ਪ੍ਰੇਮਾਨੀ ਅਧੀਨ ਪ੍ਰਭੂ ਹੈ ਮੇਰਾ। ਪਰ ਫਿਰ ਵੀ ਉਹ ਬੜਾ ਨਿਸ਼ਚਾ ਜਿਹਾ ਹੈ ਕਿ ਤੁਸੀਂ ਇਹ ਕਰ ਸਕਦੇ ਹੋ ਤੇ ਗੁਰੂ ਜੀ ਤੁਸੀਂ ਜ਼ਰੂਰ ਆਵੋਗੇ, ਇਸ ਤਰ੍ਹਾਂ ਮੇਰਾ ਭਰੋਸਾ ਬਣਿਆ ਹੈ। ਅਨ ਕਰਨੋ ਪੀ ਕਰੇ ਸੋ ਪ੍ਰੇਰੇ। ਗੁਰੂ ਸਾਹਿਬ ਜੀ ਤਾਂ ਫਿਰ ਅਸੰਭਵ ਨੂੰ ਸੰਭਵ ਬਣਾ ਦਿੰਦੇ ਆ। ਕੋਈ ਵੀ ਚੀਜ਼ ਇਹੋ ਜੀ ਨਹੀਂ ਜੋ ਗੁਰੂ ਕਰ ਨਹੀਂ ਸਕਦਾ। ਪ੍ਰੇਮ ਦੇ ਬੰਨੇ ਹੋਏ ਨਾਲੇ ਉਹ ਵੀ ਅਸੰਭਵ ਨੂੰ ਸੌਖਾ ਕਰ ਦਿੰਦੇ ਨੇ ਗੁਰੂ ਜੀ। ਪੂਰੋ ਇੱਛਾ ਨਾਥ ਹਮਾਰੀ। ਹੇ ਗੁਰੂ ਜੀ, ਮੇਰੀ ਇੱਛਾ ਪੂਰੀ ਕਰੋ, ਕਿਰਪਾ ਕਰੋ ਜੀ। ਅਚੋ ਅਸਣ ਕੋ ਚਲ ਇੱਕ ਵਾਰੀ। ਇੱਕ ਵਾਰੀ ਤਾਂ ਚੱਲੋ ਤੇ ਭੋਜਨ ਛਕਣਾ ਕਰੋ ਜੀ, ਸਾਡੇ ਘਰ ਵਿੱਚ ਆਓ ਜੀ। ਨਹਿ ਤਾਂ ਕਹੋ ਇਹਾਂ ਲੈ ਆਵੋ। ਨਹੀਂ ਤਾਂ ਗੁਰੂ ਜੀ ਫਿਰ ਜੇ ਹੋ ਨਹੀਂ ਸਕੇਗਾ ਤੇ ਮੈਂ ਇੱਥੇ ਭੋਜਨ ਲੈ ਆਵਾਂਗਾ। ਆਪ ਜੀ ਜਿਵੇਂ ਹੁਕਮ ਕਰੋਗੇ ਤਿਵੇਂ ਹੀ ਹੋਵੇਗਾ। ਬੈਠ ਸਬੀਪ ਆਹਾਰ ਚਾਵੋ। ਇੱਥੇ ਕੈਦਖਾਨੇ ਵਿੱਚ ਹੀ ਆਪ ਜੀ ਨੂੰ ਭੋਜਨ ਛਕਾ ਦਿੰਨਾ, ਸਿਪਾਹੀਆਂ ਦੀ ਆਗਿਆ ਲੈ ਲੈਂਦਾ ਹਾਂ।
ਸੁਣ ਸਿੱਖ ਬੇਨਤੀ ਪ੍ਰਭੂ ਅਲਬਾ ਹੈ। ਸਿੱਖ ਦੀ ਜਦੋਂ ਬੇਨਤੀ ਸੁਣੀ ਆ ਤੇ ਕਬੂਲ ਹੋ ਗਈ। ਗੁਰੂ ਸਾਹਿਬ ਜੀ ਕਹਿਣ ਲੱਗੇ ਆਏ ਹੋਏ ਦਿੱਲੀ ਵਾਲੇ ਸਿੱਖ ਨੂੰ ਇਸ ਤਰ੍ਹਾਂ, ਕਰ ਤਿਆਰ ਹਮ ਭੋਜਨ ਖਾਵਾ। ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਇੱਥੇ ਨਹੀਂ, ਤੁਸੀਂ ਭੋਜਨ ਤਿਆਰ ਕਰੋ, ਘਰ ਦੇ ਵਿੱਚ ਹੀ ਜਾਓ, ਅਸੀਂ ਉੱਥੇ ਹੀ ਆ ਜਾਵਾਂਗੇ। ਤੁਹੇ ਸਦਨ ਮੈਂ ਆਵੈ ਬੈਸੇ। ਤੇ ਤੇਰੇ ਘਰ ਦੇ ਵਿੱਚ ਆਵਾਂਗੇ ਤੇ ਤੁਹਾਡੇ ਕੋਲ ਬਹਿ ਕੇ ਪ੍ਰਸ਼ਾਦਾ ਛਕਾਂਗੇ, ਜਿਵੇਂ ਤੁਹਾਡੀ ਰੀਝ ਬਣੀ ਹੋਈ ਹੈ। ਇੱਛਾ ਪੂਰੇ ਤਬ ਔਰ ਜੈਸੇ। ਜਿਹੜਾ ਤੁਹਾਡਾ ਸੁਪਨਾ ਇੱਛਾ ਹੈ ਨਾ, ਜ਼ਰੂਰ ਪੂਰੀ ਹੋਵੇਗੀ। ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨਗੇ। ਦੋਹੇਰਾ ਹੈ ਪ੍ਰਭਾਤ ਜਬ ਆਗਲੀ ਦਿਵਸ ਆਏ ਹੈ ਜਾਮ। ਦਿਵਸ ਆਏ ਹੈ ਜਾਮ। ਫਿਰ ਸਵੇਰ ਜਦੋਂ ਹੋਈ ਆ, ਅਗਲੇ ਦਿਨ ਇੱਕ ਪਹਿਰ ਬੀਤ ਗਿਆ ਹੈ। ਅਚਬੈ ਭੋਜਨ ਪਹੁੰਚ ਕੇ ਬੈਠ ਤਿਹਾਰੇ ਧਾਮ। ਗੁਰੂ ਸਾਹਿਬ ਜੀ ਨੇ ਫਿਰ ਦੱਸਿਆ ਕਿ ਜਦੋਂ ਅਗਲਾ ਦਿਨ ਹੋਵੇਗਾ ਨਾ, ਇੱਕ ਪਹਿਰ ਬੀਤ ਜਾਵੇਗਾ, 3 ਘੰਟੇ ਲੰਘ ਜਾਣਗੇ, ਫਿਰ ਅਸੀਂ ਘਰ ਵਿੱਚ ਆਵਾਂਗੇ ਤੇ ਭੋਜਨ ਛਕਾਂਗੇ। ਸੁਣ ਸਤਿਗੁਰ ਬਚ ਬੈਨ ਸੰਦੇ। ਫਿਰ ਸਤਿਗੁਰੂ ਜੀ ਦੇ ਬਚਨ ਸੁਣੇ ਗੁਰਸਿੱਖ ਦਾ ਜਿਹੜਾ ਸੀ ਹਿਰਦਾ ਬਹੁਤ ਖੁਸ਼ੀ ਨਾਲ ਭਰ ਗਿਆ, ਬਚਨਾਂ ਤੇ ਭਰੋਸਾ ਹੋ ਗਿਆ। ਹਰਖ ਭਇਓ ਸਿੱਖ ਬਿਸ ਮਹਲੇ। ਬਹੁਤ ਖੁਸ਼ੀ ਦੇ ਨਾਲ ਇਹ ਸਿੱਖ ਦਾ ਜਿਹੜਾ ਸੀ ਰੂਹ ਤੇ ਰੋਮ ਖਿੜ ਗਿਆ ਕਿ ਗੁਰੂ ਸਾਹਿਬ ਜੀ ਨੇ ਇਦਾਂ ਆਖਿਆ, ਹੈਰਾਨ ਵੀ ਹੋ ਗਿਆ ਹੈ। ਕੈਦ ਮੈਂ ਚੌਕੀ ਪਾਸ। ਫਿਰ ਸੋਚਦਾ ਗੁਰੂ ਜੀ ਤਾਂ ਕੈਦ ਵਿੱਚ ਆ, ਪਹਿਰੇਦਾਰ ਇਹਨਾਂ ਦੇ ਕੋਲ ਖੜੇ ਆ, ਕਿੰਨੇ ਹੀ ਪਹਿਰੇਦਾਰ ਖੜੇ ਹਨ ਕਤਾਰਾਂ ਦੇ ਵਿੱਚ। ਤੋ ਆਏ ਹੈ ਮੋਰਾ ਵਾਸ। ਫਿਰ ਇਹ ਮੇਰੇ ਘਰ ਵਿੱਚ ਆਉਣਗੇ। ਫਿਰ ਵੀ ਗੁਰੂ ਜੀ ਨੇ ਇਸ ਤਰ੍ਹਾਂ ਦੇ ਬਚਨ ਕਹਿ ਦਿੱਤੇ ਹਨ। ਬੰਧਨ ਕਰ ਉਤਲਾਵਤ ਗਇਓ। ਫਿਰ ਬੰਧਨਾ ਕਰਕੇ ਬੜੀ ਕਾਲੀ ਚਲਾ ਗਿਆ ਘਰ ਦੇ ਵਿੱਚ, ਤੇਜੀ ਕੇ ਛੇਤੀ ਪ੍ਰਸ਼ਾਦਾ ਤਿਆਰ ਕਰਦਾ ਹਾਂ। ਰੁਚਰ ਆਹਾਰਨ ਕਰ ਉਦਤਿਓ। ਬਹੁਤ ਸਵਾਦੀ ਭੋਜਨ ਤਿਆਰ ਕਰਨ ਵਾਸਤੇ ਗੁਰਸਿੱਖ ਨੇ ਜਾਣਾ ਕੀਤਾ ਆਪਣੇ ਘਰ ਦੇ ਵਿੱਚ। ਕਰਿਓ ਤਿਹਾ ਬਲ ਬਹੁ ਸਚ ਧਾਰੀ। ਸਭ ਤੋਂ ਪਹਿਲਾਂ ਸੋਚਮ ਧਾਰ ਕੇ ਕੜਾਹ ਪ੍ਰਸ਼ਾਦ ਤਿਆਰ ਕੀਤਾ ਹੈ ਇਸ ਗੁਰਸਿੱਖ ਨੇ। ਹੁਣ ਐਸ ਕਰ ਵੈਸ ਤਿਆਰੀ। ਫਿਰ ਦੂਜੇ ਨੰਬਰ ਤੇ ਖੀਰ ਤਿਆਰ ਕੀਤੀ ਆ। ਇਸ ਤਰ੍ਹਾਂ ਤਿਆਰੀਆਂ ਸਾਰੀਆਂ ਕਰ ਲਈਆਂ ਹਨ। ਉਦਨ ਪੈਤ ਸਵਾਦ ਦਦ ਵਰੈ। ਫਿਰ ਚਾਵਲ, ਦਾਲ, ਦਹੀਂ, ਵੜੇ ਤੇ ਪਤਲੇ ਪ੍ਰਸ਼ਾਦੇ ਜਿਹੜੇ ਆ ਉਹ ਤਿਆਰ ਕੀਤੇ ਹਨ ਇਸਨੇ। ਕਰੇ ਪਾਤਰੇ ਮੰਡੇ ਖਰੇ। ਬਹੁਤ ਪਤਲੇ ਪ੍ਰਸ਼ਾਦੇ ਜਿਹੜੇ ਖਾਣ ਵਿੱਚ ਸਹਿਜ ਹੋਣ, ਜਿਨ੍ਹਾਂ ਨੂੰ ਖਾਣਾ ਆਸਾਨ ਹੋਵੇ, ਛਕਣਾ, ਇਦਾਂ ਫਿਰ ਤਿਆਰੀ ਕਰਵਾ ਲਈ ਹੈ ਜੀ। ਅਦ ਸਾਲਵਣ ਸੋ ਤੁਰ ਬਣਾਏ। ਭਰੋਸਾ ਰੱਖਿਆ ਤੇ ਲੂਣ ਵਾਲੇ ਪਦਾਰਥ ਵੀ ਤਿਆਰ ਕੀਤੇ ਆ, ਖੱਟੇ ਭੋਜਨ ਵੀ ਤਿਆਰ ਕਰਵਾਏ। ਇਤਿਆਤ ਗਬੋ ਮਦਰ ਕਰਾਏ। ਮਿੱਠੇ ਪਦਾਰਥ ਵੀ ਤਿਆਰ ਕਰਵਾਏ। ਸਭ ਤਰ੍ਹਾਂ ਇਸ ਤਰ੍ਹਾਂ ਸਾਰੀਆਂ ਤਿਆਰੀਆਂ ਕਰ ਰਿਹਾ ਹੈ ਗੁਰਸਿੱਖ। ਇਮ ਕਰ ਤੋ ਜੋ ਭੋਜਨ ਅਬਰਾਮ। ਸਾਰੀਆਂ ਤਿਆਰੀਆਂ ਨੇ ਕਰ ਲੀਆਂ, ਸਾਰਾ ਭੋਜਨ ਤਿਆਰ ਕਰ ਲਿਆ ਹੈ। ਜਦੋਂ ਬਾਸਰ ਹੋਤ ਭਇਓ ਜਬ ਜਾਮ। ਜਦੋਂ ਇੱਕ ਪਹਿਰ ਦਿਨ ਬੀਤ ਗਿਆ, ਗੁਰੂ ਸਾਹਿਬ ਜੀ ਨੇ ਜਿਵੇਂ ਆਖਿਆ ਸੀ ਕਿ ਇੱਕ ਪਹਿਰ ਦਿਨ ਜਦੋਂ ਬੀਤੇਗਾ ਤੁਸੀਂ ਪ੍ਰਸ਼ਾਦਾ ਤਿਆਰ ਕਰਕੇ ਰੱਖੋ, ਅਸੀਂ ਜ਼ਰੂਰ ਆਵਾਂਗੇ। ਤਾਂ ਉਹ ਹੁਣ ਜੋ ਗੁਰੂ ਸਾਹਿਬ ਜੀ ਨੇ ਬਚਨ ਕਿਹਾ ਸੀਗਾ ਉਹ ਸੰਪੂਰਨ ਹੋ ਗਏ ਹਨ ਬਾਕ। ਸਦਨ ਸਿੱਖ ਕੇ ਪ੍ਰਗਟੇ ਆਏ। ਅਚਾਨਕ ਹੀ ਗੁਰੂ ਤੇਗ ਬਹਾਦਰ ਜੀ ਸਿੱਖ ਨੇ ਕੀ ਦੇਖਿਆ, ਇਹਦੇ ਘਰ ਦੇ ਸਾਹਮਣੇ ਬੂਹੇ ਅੱਗੇ ਆ ਕੇ ਪ੍ਰਗਟ ਹੋਏ ਹਨ ਗੁਰੂ ਤੇਗ ਬਹਾਦਰ ਜੀ ਤੇ ਕਹਿਣ ਲੱਗੇ, ਕਹਿਓ ਸਦਾ ਹਮਕੋ ਅਦਕਾਏ। ਸਿੱਖ ਜੀ ਸਾਨੂੰ ਤਾਂ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਆ। ਬਸ ਆ ਕੇ ਇਦਾਂ ਹੀ ਆਵਾਜ਼ ਦਿੱਤੀ ਕਿ ਬਹੁਤ ਅਸੀਂ ਭੁੱਖ ਦੇ ਨਾਲ, ਸਾਨੂੰ ਬਹੁਤ ਭੁੱਖ ਲੱਗੀ, ਪ੍ਰਸ਼ਾਦਾ ਛਕਣਾ ਹੈ ਜੀ। ਜੋ ਆਹਾਰ ਤੇ ਤਿਆਰ ਕਰਾਏ। ਜਿਹੜੇ ਵੀ ਭੋਜਨ ਤੁਸੀਂ ਤਿਆਰ ਕੀਤੇ ਹਨ ਨਾ, ਸਾਰੇ ਹੀ ਲੈ ਆਵੋ ਜੀ ਹੁਣ। ਸੋ ਅਬ ਲਿਆਵੋ ਦੇਹੋ ਅਚਾਏ। ਉਹ ਸਾਨੂੰ ਲਿਆ ਕੇ ਛਕਾ ਦੇਵੋ ਜੀ ਹੁਣ।
ਦੇਰ ਨਾ ਕਰੋ ਨੀਰ ਕੋ ਆਨੋ। ਹੁਣ ਦੇਰੀ ਨਾ ਕਰੋ ਜੀ, ਹੁਣ ਪਾਣੀ ਜਲ ਛੇਤੀ ਛੇਤੀ ਲੈ ਆਵੋ ਕਿਰਪਾ ਕਰਕੇ। ਬੈਠੇ ਹਮ ਕਿਸ ਥਾਨ ਬਖਾਨੋ। ਕਿ ਅਸੀਂ ਕਿੱਥੇ ਬੈਠ ਕੇ ਛਕੀਏ, ਉਹ ਜਗ੍ਹਾ ਦੱਸੋ ਸਾਨੂੰ, ਕਿੱਥੇ ਬੈਠ ਕੇ ਭੋਜਨ ਛਕਣਾ ਹੈ ਜੀ। ਦੇਖ ਪ੍ਰੇਮ ਅਰ ਭਉ ਵਡੇਰੇ। ਤੁਹਾਡਾ ਪ੍ਰੇਮ ਦੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਉਸ ਗੁਰਸਿੱਖ ਨੂੰ, ਭਉ ਸਿੱਖ ਚਾਲਾਏ ਘਰ ਤੇਰੇ। ਹੇ ਪਿਆਰੇ ਸਿੱਖ ਜੀ, ਅਸੀਂ ਤੁਹਾਡਾ ਪ੍ਰੇਮ ਦੇਖ ਕੇ ਆਏ ਹਾਂ, ਇਹਨਾਂ ਨੇ ਸਾਨੂੰ ਖਿੱਚ ਲਿਆ, ਪ੍ਰੇਮ ਦੀਆਂ ਡੋਰਾਂ ਨੇ ਹੀ ਤਾਂ। ਦੇਖਤ ਸਿੱਖ ਬੁਲੰਦ ਆਨੰਦੋ। ਸਿੱਖ ਬਹੁਤ ਪ੍ਰਸੰਨ ਹੋ ਗਿਆ, ਬਹੁਤ ਉਹਨੂੰ ਚਾਅ ਹੋਇਆ ਕਿ ਗੁਰੂ ਸਾਹਿਬ ਜੀ ਤਾਂ ਵਾਕਈ ਆ ਗਏ ਹਨ ਕੈਦਖਾਨੇ ਵਿੱਚੋਂ ਬਾਹਰ। ਹਾਥ ਜੋੜ ਪਗ ਪੰਕਜ ਬੰਦੋ। ਹੱਥ ਜੋੜ ਕੇ ਫਿਰ ਉਹਨੇ ਸਭ ਤੋਂ ਪਹਿਲਾਂ ਤਾਂ ਚਰਨਾਂ ਤੇ ਮੱਥਾ ਟੇਕਿਆ ਗੁਰੂ ਤੇਗ ਬਹਾਦਰ ਜੀ ਕੇ। ਸੁੰਦਰ ਚੌਂਕੀ ਦਈ ਵਸਾਏ। ਇੱਕ ਸੋਹਣੀ ਜੀ ਚੌਂਕੀ ਲਿਆਂਦੀ ਸੀਗੀ ਗੁਰੂ ਸਾਹਿਬ ਜੀ ਦੇ ਬੈਠਣ ਲਈ, ਉਹ ਵਿਛਾ ਦਿੱਤੀ ਹੈ, ਡੁਹਾ ਦਿੱਤੀ ਹੈ ਜੀ। ਨਏ ਵਸਤਰ ਉਜਲ ਤੇ ਸਾਏ। ਉਹਦੇ ਤੇ ਨਵੇਂ ਵਸਤਰ ਸਾਂਭ ਕੇ ਰੱਖੇ ਹੋਏ ਸੀ, ਸੰਦੂਕ ਦੇ ਵਿੱਚ ਕੱਢ ਕੇ ਵਿਛਾ ਦਿੱਤੇ ਹਨ ਜੀ। ਕਿਰਪਾ ਨਿਧਾਨ ਬੈਠੀਏ ਆਪ। ਹੇ ਕਿਰਪਾ ਦੇ ਨਿਧਾਨ ਜੀ, ਇੱਥੇ ਆਓ ਜੀ, ਇੱਥੇ ਆ ਕੇ ਸਜੋ। ਗੁਰੂ ਤੇਗ ਬਹਾਦਰ ਜੀ ਨੂੰ ਕਹਿਣ ਲੱਗਾ ਗੁਰਸਿੱਖ, ਸਿੱਖ ਕੇ ਪਾਪ ਸੰਤਾਪੈ ਖਾਪ। ਸਾਡੇ ਜਿਹੜੇ ਪਾਪ ਤੇ ਸੰਤਾਪ ਆ ਨਾ, ਉਹਨਾਂ ਨੂੰ ਦੂਰ ਕਰ ਦੇਵੋ ਗੁਰੂ ਤੇਗ ਬਹਾਦਰ ਜੀ, ਆਉਣਾ ਕਰੋ ਜੀ। ਦਾਸ ਪ੍ਰੇਮ ਕੇ ਬਸ ਮੈਂ ਰਹੋ। ਤੁਸੀਂ ਤਾਂ ਸਦਾ ਹੀ ਜਿਹੜੇ ਨੇ ਦਾਸਾਂ ਦੇ ਪ੍ਰੇਮ ਦੇ ਵਸ 'ਚ ਰਹਿੰਦੇ ਹੋ, ਸਦਾ ਹੀ ਤੁਹਾਨੂੰ ਹੋਰ ਨਹੀਂ ਕੋਈ ਚੀਜ਼ ਕਾਬੂ ਕਰ ਸਕਦੀ, ਵਸ 'ਚ ਨਹੀਂ ਕਰ ਸਕਦੀ। ਬਸ ਇੱਕ ਪ੍ਰੇਮ ਹੀ ਹੈ ਜਿਹਦੇ ਕਰਕੇ ਤੁਸੀਂ ਆਏ ਹੋ ਅੱਜ। ਨਿਤ ਪਰਲੋਕ ਸਹਾਇਕ ਅਹੋ। ਤੁਸੀਂ ਤਾਂ ਪਰਲੋਕ ਵਿੱਚ ਵੀ ਰਾਖੇ ਬਣਦੇ ਹੋ, ਇੱਥੇ ਤਾਂ ਤੁਸੀਂ ਰਾਖੇ ਹੋ ਹੀ ਨਾ, ਪਰਲੋਕ ਦਰਗਾਹ ਵਿੱਚ ਵੀ ਰਾਖੀ ਤੁਸੀਂ ਹੀ ਕਰਨੀ ਹੈ ਜੀ ਸਾਡੀ। ਬਹੁਤ ਦਿਵਸ ਕੀ ਇੱਛਾ ਮੇਰੇ। ਬਹੁਤ ਦਿਨਾਂ ਦੀ ਮੇਰੇ ਦਿਲ 'ਚ ਇੱਛਾ ਸੀਗੀ, ਜਿਵੇਂ ਕਹੀਏ ਸੁਪਨਾ ਹੀ ਹੁੰਦਾ ਗੁਰਸਿੱਖ ਦਾ, ਸਾਰਿਆਂ ਦੇ ਜਿਵੇਂ ਸੁਪਨੇ ਹੁੰਦੇ ਆ, ਇਹਦਾ ਸੁਪਨਾ ਕੀ ਸੀ? ਗੁਰੂ ਸਾਹਿਬ ਜੀ ਬਸ ਮੇਰੇ ਘਰ ਵਿੱਚ ਆਉਣ, ਮੈਂ ਉਹਨਾਂ ਨੂੰ ਪ੍ਰਸ਼ਾਦਾ ਛਕਾਵਾਂ, ਇਹ ਸੁਪਨਾ ਸੀ ਗੁਰਸਿੱਖ ਦਾ। ਜਿਵੇਂ ਕਿ ਕਿਸੇ ਦਾ ਕੋਈ ਹੁੰਦਾ ਸੁਪਨਾ, ਕਿਸੇ ਦਾ ਹੁੰਦਾ ਮੈਂ ਅਮੀਰ ਬਣਾ, ਵੱਡੀ ਗੱਡੀ ਖਰੀਦਾਂ, ਬਹੁਤ ਰਾਜੇ ਵਾਂਗ ਮੇਰਾ ਜੀਵਨ ਹੋਵੇ। ਗੁਰਸਿੱਖ ਦਾ ਨਹੀਂ ਸੀ ਇਹ ਇੱਦਾਂ ਦਾ ਕੋਈ ਸੁਪਨਾ, ਬਸ ਇਹ ਸੀ ਗੁਰੂ ਤੇਗ ਬਹਾਦਰ ਜੀ ਆਉਣ ਚੱਲ ਗਏ। ਉਹ ਰੀਝ ਇਹਦੀ ਅੱਜ ਪੂਰੀ ਹੋਈ ਹੈ ਜੀ। ਕਬ ਪੂਰੇ ਗੁਰ ਆਵੇ ਡੇਰੇ। ਜਿਹੜੀਆਂ ਚੀਜ਼ਾਂ ਰੋਜ਼ ਸੋਚਦਾ ਸੀ, ਕਦੋਂ ਗੁਰੂ ਜੀ ਮੇਰੇ ਘਰ ਵਿੱਚ ਆਉਣਗੇ, ਕਦੋਂ ਗੁਰੂ ਸਾਹਿਬ ਜੀ, ਕਿੱਥੇ ਆਨੰਦਪੁਰ, ਕਿੱਥੇ ਦਿੱਲੀ, ਕਦੋਂ ਗੁਰੂ ਸਾਹਿਬ ਜੀ ਆਉਣਗੇ, ਅੱਜ ਪੂਰੀ ਹੋ ਗਈ ਹੈ। ਮਮ ਚਿੱਤ ਕੀ ਲਖ ਅੰਤਰ ਜਾਮੀ। ਗੁਰੂ ਸਾਹਿਬ ਜੀ ਨੇ ਤਾਂ ਮੇਰੇ ਦਿਲ ਦੀ ਗੱਲ ਹੀ ਜਾਣ ਲਈ ਆ, ਖੁਦ ਹੀ ਚੱਲ ਕੇ ਆ ਗਏ ਹਨ ਆਪ। ਕਰਿਓ ਕਰਤਾਰਥ ਸਤਿਗੁਰ ਸੁਆਮੀ। ਮੇਰੇ ਤਾਂ ਰੋਮ ਰੋਮ ਨੂੰ ਗੁਰੂ ਸਾਹਿਬ ਜੀ ਨੇ ਕਰਤਾਰਥ ਕਰਤਾ ਅੱਜ ਮੇਰੇ ਇਹ ਨਿਮਾਣੇ ਸੇਵਕ ਦੇ ਘਰ ਵਿੱਚ ਜੋ ਆ ਗਏ ਹਨ ਚੱਲ ਕੇ। ਇਤਿਹਾਸ ਕਰ ਭਉ ਕਨੇਰਾ। ਬਹੁਤ ਪ੍ਰੇਮ ਕੀਤਾ ਗੁਰਸਿੱਖ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ। ਕੀਨ ਪ੍ਰਸਾਦ ਤਿਆਰ ਤਸਬੇਰਾ। ਉਸ ਸਮੇਂ ਫਿਰ ਜਿਹੜਾ ਪ੍ਰਸ਼ਾਦ ਤਿਆਰ ਕੀਤਾ ਸੀ ਨਾ, ਸਭ ਤੋਂ ਪਹਿਲਾਂ ਦਰਸ਼ਨ ਹੇਤ ਅਪਰ ਸਿੱਖ ਆਏ। ਇਵੇਂ ਜਿਹੜੇ ਹੋਰ ਦਰਸ਼ਨ ਕਰਨ ਵਾਸਤੇ ਸਿੱਖ ਆ ਗਏ, ਉਹਨਾਂ ਨੂੰ ਵੀ ਇਹਨੇ ਬੁਲਾ ਲਿਆ, ਜਿਹੜੇ ਪ੍ਰੇਮ ਵਾਲੇ ਸਿੱਖ ਹਨ। ਕਰ ਜੋਰੇ ਅਰ ਸੀਸ ਨਵਾਏ। ਉਹਨਾਂ ਨੇ ਆ ਕੇ ਸੀਸ ਝੁਕਾਇਆ ਗੁਰੂ ਮਹਾਰਾਜ ਜੀ ਦੇ ਅੱਗੇ ਤੇ ਸਜਦਾ ਕਰਨਾ ਕੀਤਾ ਹੈ ਪਿਆਰੇ ਜੀ ਨੂੰ। ਬਿਨਾ ਉਚਾਰੇ ਚਰਨ ਸਪੇਰਸ। ਐਵੇਂ ਫਿਰ ਬੇਨਤੀ ਕਰਕੇ ਚਰਨਾਂ ਤੇ ਸਪਰਸ਼ ਕਰਦੇ ਆ ਗੁਰੂ ਸਾਹਿਬ ਜੀ ਕੇ। ਪ੍ਰੇਮੀ ਆਏ ਸੁਣਤ ਹੀ ਦਰਸ। ਸਾਰੇ ਪ੍ਰੇਮ ਕਰਨ ਵਾਲੇ ਸਿੱਖਾਂ ਨੇ ਆ ਕੇ ਦਰਸ਼ਨ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ। ਤਬ ਸਿੱਖ ਨੇ ਜਲ ਕਰ ਮੈਂ ਧਾਰੇ। ਫਿਰ ਉਹ ਸਿੱਖ ਨੇ ਜਲ ਨੂੰ ਆਪਣੇ ਹੱਥਾਂ ਵਿੱਚ ਧਾਰਨ ਕਰਨਾ ਕੀਤਾ ਹੈ।
ਹਿਤਕਾਰ ਗੁਰ ਕੇ ਚਰਨ ਪਖਾਰੇ। ਪ੍ਰੇਮ ਦੇ ਨਾਲ ਗੁਰੂ ਜੀ ਦੇ ਚਰਨਾਂ ਨੂੰ ਇਸ ਤਰ੍ਹਾਂ ਧੋਣਾ ਕੀਤਾ, ਉਜਲਾ ਕੀਤਾ ਹੈ। ਕੱਪੜੇ ਦੇ ਨਾਲ ਫਿਰ ਵਸਤਰ ਸਾਥ ਪੂਸ਼ਣ ਕਰ ਨੀਕੈ। ਸਤਿਗੁਰੂ ਜੀ ਦੇ ਸੋਹਣੇ ਚਰਨਾਂ ਨੂੰ ਸਾਫ਼ ਕੀਤਾ ਹੈ। ਇਸ ਤਰ੍ਹਾਂ ਹੱਥਾਂ ਨੂੰ ਵੀ ਉਜਲਾ ਕਰਨਾ ਕੀਤਾ ਹੈ ਜੀ। ਪੁਨੇ ਪਲੋਸਤ ਆਸਰੈ ਜੀਕੈ। ਇਸ ਤਰ੍ਹਾਂ ਫਿਰ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਜਿਹੜਾ ਸੀ ਕੱਪੜੇ ਦੇ ਨਾਲ ਸਾਫ਼ ਕਰ ਦਿੱਤਾ ਤੇ ਇਸ ਤਰ੍ਹਾਂ ਪ੍ਰਸ਼ਾਦੇ ਛਕਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ। ਜਿਨ ਚਰਨਨ ਕੀ ਸੇਵਾ ਕਾਰਨ। ਜਿਹੜੇ ਚਰਨਾਂ ਦੀ ਸੇਵਾ ਕਰਨ ਲਈ ਦੇਵੀ ਦੇਵਤੇ ਵੀ ਜਿਹੜੇ ਆ ਉਹ ਤਰਸਦੇ ਨੇ, ਦੇਵੀ ਦੇਵਤੇ ਵੀ ਤਰਸਦੇ ਹਨ। ਸੁਰਸਿਆ ਹੈ ਕਿ ਮੁਕਰ ਹੈ ਧਾਰਨ। ਉਹਨੂੰ ਕਿਵੇਂ ਫਿਰ ਇਸ ਤਰ੍ਹਾਂ ਧਾਰਨ ਕਰੀਏ ਜੀ। ਗੁਰੂ ਸਾਹਿਬ ਜੀ ਜਿਹੜੇ ਉਹ ਸੋਚਦੇ ਰਹਿੰਦੇ ਆ ਦੇਵੀ ਦੇਵਤੇ, ਕਦੋਂ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਸਪਰਸ਼ ਕਰੀਏ। ਉਹਨਾਂ ਕੋਲ ਦੇਹ ਹੋਵੇ ਤਾਂ ਕਰਨ ਨਾ, ਉਹਨਾਂ ਕੋਲ ਸਰੀਰ ਨਹੀਂ ਹੈਗਾ ਦੇਵਤਿਆਂ ਕੋਲੇ। ਉਹ ਚਾਹੁੰਦੇ ਆ ਪਰ ਕਰ ਨਹੀਂ ਸਕਦੇ। ਅੱਜ ਗੁਰਸਿੱਖ ਨੂੰ ਇਹ ਦਾਤ ਨਸੀਬ ਹੋਈ ਹੈ। ਸੋ ਸਿੱਖ ਮਡ ਭਾਗੀ ਨੇ ਗੈ ਕਰ। ਉਹ ਵੱਡੇ ਭਾਗਾਂ ਵਾਲੇ ਸਿੱਖ ਸੀਗੇ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਛੂਹ ਲਿਆ ਤੇ ਸੇਵਾ ਕਮਾਈ ਹੈ। ਨੇਤਰਨ ਸਾਥ ਸਪਰ ਸਤ ਧਰ ਧਰ। ਇਵੇਂ ਫਿਰ ਗੁਰੂ ਸਾਹਿਬ ਜੀ ਦੇ ਸੋਹਣੇ ਚਰਨਾਂ ਤੇ ਨੇਤਰ ਧਰ ਧਰ ਕੇ ਨਮਸਕਾਰ ਕੀਤੀ ਹੈ ਜੀ। ਸਰਵ ਪ੍ਰਸਾਦ ਪਰੋਸ਼ਨ ਕਰਿਓ। ਇਵੇਂ ਫਿਰ ਸਾਰਾ ਪ੍ਰਸ਼ਾਦ ਲਿਆ ਕੇ ਗੁਰੂ ਸਾਹਿਬ ਜੀ ਅੱਗੇ ਪਰੋਸ ਦਿੱਤਾ ਹੈ। ਗੁਰ ਆਗੇ ਵੱਡ ਥਾਲ ਉਸ ਧਰਿਓ। ਵੱਡਾ ਥਾਲ ਭਰ ਕੇ, ਭਾਵ ਬਹੁਤ ਸਾਰੀਆਂ ਵਸਤੂਆਂ ਸੀਗੀਆਂ, ਥਾਲੀ ਸਾਰੀ ਭਰ ਗਈ। ਗੁਰੂ ਸਾਹਿਬ ਜੀ ਅੱਗੇ ਧਰ ਦਿੱਤਾ ਹੈ ਉਹ ਥਾਲ। ਰੋਚਲੇ ਕਰ ਸਵਾਦ ਆਹਾਰਾ। ਗੁਰੂ ਜੀ ਨੇ ਫਿਰ ਸਿੱਖ ਦਾ ਵੱਡਾ ਪ੍ਰੇਮ ਤੱਕਿਆ ਕਿ ਬਹੁਤ ਵਸਤੂਆਂ ਨੇ ਤਿਆਰ ਕਰਕੇ ਰੱਖੀਆਂ ਹੋਈਆਂ ਹਨ ਜੀ। ਅਜੋ ਬਲੋਕਤ ਭਾਉ ਉਦਾਰਾ। ਉਹਦੇ ਵਿੱਚੋਂ ਕੁਝ ਵੀ ਮਹਾਰਾਜ ਨੇ ਮੋੜਿਆ ਨਹੀਂ। ਬੜੀ ਰੁਚੀ ਦੇ ਨਾਲ ਲਿਆਂਦਾ ਹੋਇਆ ਸਭ ਕੁਝ ਹੀ ਸਵੀਕਾਰ ਕਰ ਲਿਆ ਹੈ। ਜਿਸ ਸਿੱਖ ਕੋ ਸਰਦਾਲੂ ਦੇਖ। ਉਹ ਸਿੱਖ ਜਿਹੜਾ ਸੀ ਵੱਡਾ ਸ਼ਰਧਾਲੂ ਸੀਗਾ, ਗੁਰੂ ਨਾਨਕ ਸਾਹਿਬ ਜੀ ਨਾਲ ਪ੍ਰੇਮ ਕਮਾਉਣ ਵਾਲਾ। ਤੈ ਕਰ ਆਏ ਜਲ ਦਬ ਵੇਖ। ਤਾਂ ਹੀ ਤਾਂ ਗੁਰੂ ਸਾਹਿਬ ਜੀ ਉਹਦੇ ਘਰ ਵਿੱਚ ਆ ਗਏ। ਕੈਦਖਾਨੇ ਵਿੱਚੋਂ ਵੀ ਬਾਹਰ ਨਿਕਲ ਆਏ ਤੇ ਉਹਦੇ ਘਰ ਵਿੱਚ ਆਉਣਾ ਕੀਤਾ। ਉਹਦੇ ਪ੍ਰੇਮ ਨੇ ਹੀ ਗੁਰੂ ਸਾਹਿਬ ਜੀ ਨੂੰ ਸੱਦ ਲਿਆ ਹੈ ਜੀ। ਤਾਹੇ ਪਰੋਸ ਮੈਂ ਇੱਕ ਸਿੱਖ ਰਹਿ। ਉਹਦੇ ਗੁਆਂਢ ਵਿੱਚ ਹੀ ਇੱਕ ਹੋਰ ਸਿੱਖ ਰਹਿੰਦਾ ਸੀਗਾ ਜੋ ਉਹਦਾ ਪੜੋਸੀ ਸੀ। ਕਵੀ ਜੀ ਕਹਿੰਦੇ ਉਹ ਵੀ ਪ੍ਰੇਮ ਕਰਦਾ ਸੀ ਗੁਰੂ ਜੀ ਦੇ ਨਾਲ। ਕਰਨ ਆਹਾਰ ਗੁਰੂ ਹਿਤ ਚਹਿ। ਉਹ ਵੀ ਹੁਣ ਚਾਹੁੰਦਾ ਕਿ ਗੁਰੂ ਸਾਹਿਬ ਜੀ ਇਹਨਾਂ ਦੇ ਘਰ ਵਿੱਚ ਪ੍ਰਸ਼ਾਦਾ ਛਕ ਲਿਆ, ਹੁਣ ਮੇਰੇ ਘਰ ਵਿੱਚ ਵੀ ਆਉਣ। ਉਹਦੀ ਦਿਲ ਦੀ ਵੀ ਰੀਝ ਹੈ। ਹੱਥ ਜੋੜ ਕਰ ਗੁਰੂ ਅਗਾਰੀ। ਉਹਨੇ ਹੱਥ ਜੋੜ ਕੇ ਗੁਰੂ ਸਾਹਿਬ ਜੀ ਅੱਗੇ ਫਿਰ ਫਰਿਆਦ ਕੀਤੀ, ਬੇਨਤੀ ਕੀਤੀ ਹੈ ਇਸ ਤਰ੍ਹਾਂ। ਬਿਨੇ ਸਹਿਤ ਨਿਜ ਚਾਹੇ ਉਚਾਰੀ। ਆਪਣੀ ਚਾਹਤ ਜਿਹੜੀ ਇੱਛਾ ਸੀ ਉਚਾਰਨ ਕਰਨੀ ਕੀਤੀ ਹੈ ਜੀ। ਸ੍ਰੀ ਗੁਰੂ ਜੀ ਮੇਰੀ ਅਰਦਾਸ। ਬੇਨਤੀ ਕੀਤੀ ਹੈ ਗੁਰੂ ਤੇਗ ਬਹਾਦਰ ਜੀ ਮੇਰੀ ਵੀ ਇੱਕ ਫਰਿਆਦ ਆ, ਉਹ ਵੀ ਸੁਣ ਲਵੋ। ਆਪ ਜੀ ਕਿਰਪਾ ਕਰੋ ਜੀ। ਆਵੋ ਭੌਰ ਹਮਾਰਾ ਵਾਸ। ਕੱਲ ਨੂੰ ਸਵੇਰ ਦਾ ਪ੍ਰਸ਼ਾਦਾ ਮੈਂ ਆਪ ਜੀ ਨੂੰ ਛਕਾਉਣਾ ਚਾਹੁੰਦਾ, ਕਿਰਪਾ ਕਰੋ ਜੀ, ਮੇਰੇ ਘਰ ਵਿੱਚ ਆਵੋ ਜੀ। ਕਿਰਪਾ ਕਰੋ ਨਿਜ ਦਾਸ ਜਨੀਜੈ। ਮੈਨੂੰ ਵੀ ਆਪਣਾ ਦਾਸ ਸਮਝੋ, ਮੇਰੇ ਤੇ ਵੀ ਕਿਰਪਾ ਕਰੋ, ਮੇਰੇ ਘਰ ਵਿੱਚ ਹੀ ਵੀ ਆਓ ਪਿਆਰੇ। ਭੋਜਨ ਪਾਓ ਸਮੇਤ ਅਚੀਜੈ। ਮੈਂ ਵੀ ਆਪਣੇ ਇਸ ਹੱਥਾਂ ਦੇ ਨਾਲ ਆਪ ਜੀ ਨੂੰ ਪ੍ਰਸ਼ਾਦਾ ਛਕਾਵਾਂ, ਐਸੀ ਕੋਈ ਵਿਧੀ ਬਣਾਓ ਗੁਰੂ ਜੀ। ਪਾਵਨ ਪਾਵਨ ਕਰ ਘਰ ਪਾਵਨ। ਤੁਸੀਂ ਬਹੁਤ ਪਾਕ ਪਵਿੱਤਰ ਹੋ, ਆਪਣੇ ਪਵਿੱਤਰ ਚਰਨ ਮੇਰੇ ਘਰ ਵਿੱਚ ਪਾਵੋ। ਇਹ ਸਭ ਕੁਝ ਜੋ ਤੁਹਾਡਾ ਹੀ ਬਣਿਆ ਹੋਇਆ ਹੈ। ਮੈਂ ਨਿਹਾਲ ਹੋ ਤੁਮਰੇ ਆਵਨ। ਤੁਹਾਡੇ ਆਉਣ ਦੇ ਨਾਲ ਹੀ ਮੈਂ ਨਿਹਾਲ ਹੋ ਜਾਵਾਂਗਾ, ਕਿਰਪਾ ਕਰੋ ਜੀ। ਅਦਕ ਦੀਨਤਾ ਭਿਖ ਸਿੱਖ ਕੇਰੀ। ਜਦੋਂ ਸਿੱਖ ਦੀ ਵੱਡੀ ਦੀਨਤਾ ਵੇਖੀ ਆ ਨਾ, ਬਹੁਤ ਨਿਮਰਤਾ ਦੇ ਨਾਲ ਜਦੋਂ ਬੇਨਤੀਆਂ ਕੀਤੀਆਂ ਹਨ ਉਸਨੇ। ਨੇਤਰ ਕਿਰਪਾਲ ਕਹਿਓ ਤਿਸ ਬੇਰੀ। ਗੁਰੂ ਸਾਹਿਬ ਜੀ ਸਿੱਖ ਨੂੰ ਪਿਆਰ ਦੇ ਨਾਲ ਇਸ ਤਰ੍ਹਾਂ ਬਚਨ ਕਰਨੇ ਕੀਤੇ ਹਨ। ਸੁਧ ਭਾਵਨਾ ਜੀ ਔਰ ਤੋਹੀ। ਤੇਰੇ ਜਿਹੜੀ ਹਿਰਦੇ ਦੀ ਭਾਵਨਾ ਹੈ ਨਾ,
ਉਹ ਜਿਹੜੀ ਸ਼ੁੱਧ ਆ ਉਹਦੇ ਵਿੱਚ ਕੋਈ ਵੀ ਮੈਲ ਨਹੀਂ, ਅਸੀਂ ਤੱਕੀ ਹੈ। ਸੋ ਸਤਿਗੁਰ ਤੇ ਪੂਰਨ ਹੋਏ। ਉਹ ਸਤਿਗੁਰੂ ਜੀ ਤੋਂ ਪੂਰਨ ਹੋ ਗਈ ਆ। ਬਸ ਇਹਨੂੰ ਸਮਝ ਲਓ ਕਿ ਸਭ ਕੁਝ ਜੋ ਤੁਸੀਂ ਚਾਹੁੰਦੇ ਹੋ ਗਿਆ ਹੈ। ਇਹਨੂੰ ਇਸ ਤਰ੍ਹਾਂ ਯਕੀਨ ਮੰਨ ਲਵੋ। ਅਸ ਕੈ ਸਿੱਖਨ ਦੇ ਸੰਤੋષਾ। ਉਹ ਸਿੱਖ ਨੂੰ ਸੰਤੋਖ ਬਖਸ਼ ਦਿੱਤਾ ਕਿ ਜੋ ਤੂੰ ਚਾਹੁੰਦਾ ਸਮਝ ਲਾ ਹੋ ਗਿਆ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਕਰ ਦਿੱਤਾ। ਉਹਨੇ ਜਾਣਿਆ ਕਿ ਗੁਰੂ ਸਾਹਿਬ ਜੀ ਘਰ ਵਿੱਚ ਆਏ, ਮੈਂ ਪ੍ਰਸ਼ਾਦਾ ਛਕਾਇਆ, ਬਚਨਾਂ ਦੇ ਨਾਲ ਹੀ ਉਹਨੂੰ ਸਭ ਕੁਝ ਕਰਵਾ ਦਿੱਤਾ ਹੈ। ਜਸ ਤੇ ਦ੍ਰਿੜ ਔਰ ਬਦੇ ਭਰੋਸਾ। ਜਿਸ ਨਾਲ ਉਹਦਾ ਹੋਰ ਵੀ ਭਰੋਸਾ ਵੱਧ ਗਿਆ, ਗੁਰੂ ਸਾਹਿਬ ਜੀ ਵਿੱਚ ਵਿਸ਼ਵਾਸ ਹੋਰ ਵੀ ਜ਼ਿਆਦਾ ਯਕੀਨ ਹੋ ਗਿਆ ਹੈ। ਮੰਦ ਮੰਦ ਸਤਿਗੁਰ ਪੁੰਨ ਚਲੇ। ਫਿਰ ਗੁਰੂ ਸਾਹਿਬ ਜੀ ਉੱਥੋਂ ਹੌਲੀ ਹੌਲੀ ਚਲੇ ਗਏ ਹਨ। ਪ੍ਰਸ਼ਾਦਾ ਛਕ ਕੇ ਕੈਦਖਾਨੇ ਵਿੱਚ ਵਾਪਸ ਆਉਣਾ ਹੈ। ਜਨ ਦਰਸ਼ਨ ਤੇ ਦੁੱਖ ਦਲ ਮਲੈ। ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਮਿਲੇ ਸਿੱਖ ਕੋ ਬੰਧਨ ਠਾਨੈ। ਕਈ ਸਿੱਖ ਜਿਹੜੇ ਆ ਮਿਲ ਕੇ ਗੁਰੂ ਜੀ ਨੂੰ ਬੰਦਨਾ ਕਰਦੇ ਆ, ਇਕੱਠੇ ਹੋ ਕੇ ਬੇਨਤੀਆਂ ਕਰਦੇ ਹਨ ਗੁਰੂ ਜੀ ਅੱਗੇ। ਹੁਣ ਆਪਸ ਮੈਂ ਮਿਲੇ ਬਖਾਨੈ। ਆਪਸ ਵਿੱਚ ਮਿਲ ਕੇ ਫਿਰ ਇਵੇਂ ਕਹਿੰਦੇ ਆ ਦਿੱਲੀ ਵਾਲੇ ਸਿੱਖ ਜਿਨ੍ਹਾਂ ਨੇ ਕੈਦਖਾਨੇ ਚੋਂ ਜਦੋਂ ਬਾਹਰ ਆਏ ਗੁਰੂ ਜੀ ਉਦੋਂ ਦਰਸ਼ਨ ਕੀਤੇ ਸੀ, ਉਹਨਾਂ ਦੇ ਇਹ ਬਚਨ ਸਨ, ਇਕੱਠੇ ਹੋ ਕੇ ਗੱਲਾਂ ਕਰ ਰਹੇ ਆਪਸ ਵਿੱਚ। ਸ੍ਰੀ ਪ੍ਰਭੂ ਸਰਬ ਭਾਤ ਸਮਰੱਥ। ਤੇ ਗੁਰੂ ਜੀ ਸਰਬ ਪ੍ਰਕਾਰ ਦੇ ਨਾਲ ਸਮਰੱਥ ਗੁਰੂ ਨੇ, ਤਾਂ ਇਹ ਸਾਨੂੰ ਯਕੀਨ ਹੋ ਗਿਆ ਹੈ। ਚਾਹੇ ਸੋ ਕਰੇ ਧਰੇ ਸਿਰ ਹੱਥ। ਗੁਰੂ ਸਾਹਿਬ ਜੀ ਤਾਂ ਜੋ ਚਾਹਣ ਤੇ ਕਰ ਸਕਦੇ ਆ, ਜੋ ਚਾਹਣ ਕਰ ਸਕਦੇ, ਕੁਝ ਵੀ ਪ੍ਰਭ ਭਾਵੇ ਵਿਨਸਾਸ ਤੇ ਰੱਖੇ। ਲਾਸ਼ ਨੂੰ ਵੀ ਜਿਉਂਦਾ ਰੱਖ ਸਕਦੇ ਆ ਸਾਹ ਤੋਂ ਬਿਨਾਂ, ਹੋਰ ਕੀ ਕਹੀਏ। ਕੀੜੀ ਨੂੰ ਵੀ ਤਾਕਤ ਦੇ ਕੇ ਕਰੋੜਾਂ ਬੰਦੇ ਮਰਵਾ ਸਕਦੇ ਆ। ਕੀੜੀ ਇੱਕ ਛੋਟੀ ਜੀ ਨਿੱਕੀ ਕੀੜੀ ਮੈਂ ਕੱਲ ਰੱਖੈ, ਭਸਮ ਕਰੈ ਲਸ਼ਕਰ ਕੋਟ ਲੱਖੈ। ਕੀੜੀ ਵਿੱਚ ਤਾਕਤ ਪਾ ਕੇ ਕਰੋੜਾਂ ਬੰਦਿਆਂ ਨੂੰ ਮਰਵਾ ਸਕਦੇ ਆ ਕਿ ਕੀੜੀ ਤੋਂ ਇਹ ਕਰ ਸਕਦੇ ਆ। ਸਮਰੱਥ ਗੁਰੂ ਜੋ ਹਨ। ਸ਼ਕਲ ਜਗਤ ਸਿਰਜਨ ਅਰ ਪਾਲਣ, ਕਰੇ ਸ਼ਿਨਕ ਮੈਂ ਸਭ ਕੋ ਘਾਲਣ। ਸ਼ੈਨ ਵਿੱਚ ਚੌਣ ਤੇ ਦੁਨੀਆ ਬਣਾ ਦੇਣ, ਸ਼ੈਨ ਵਿੱਚ ਚੌਣ ਤੇ ਢਾ ਦੇਣ। ਸ਼ਕਤ ਮਹਾ ਮਹਿਤ ਧਰਤ ਹੈ, ਦਾਸ ਹਜ਼ਾਰਨ ਕਾਜ ਕਰਦ ਹੈ। ਹਜ਼ਾਰਾਂ ਹੀ ਦਾਸਾਂ ਦੇ ਕਾਜ ਸਵਾਰ ਸਕਦੇ ਆ। ਅਬ ਤਰਕੇਸ਼ਰ ਕੈਦ ਪਰੇ ਹੈ। ਪਰ ਹੁਣ ਇਹਨਾਂ ਨੂੰ ਦੇਖੋ ਨਾ, ਬਾਦਸ਼ਾਹ ਨੇ ਕੈਦ ਵਿੱਚ ਪਾਲਿਆ, ਕੈਦੀ ਬਣਾ ਕੇ ਰੱਖ ਲਿਆ ਹੈ। ਉਹ ਜਾਣੇ ਕਿਮ ਸਿਮਾ ਧਰੇ ਹੈ। ਔਰ ਇਹਨਾਂ ਨੇ ਔਰੰਗਜ਼ੇਬ ਨੂੰ ਕਿਸ ਤਰ੍ਹਾਂ ਖਿਮਾ ਧਾਰਨ ਕੀਤੀ। ਸਹਿਨਸ਼ੀਲਤਾ ਕਿੰਨੀ ਹੈ ਇਹਨਾਂ ਦੇ ਵਿੱਚ। ਮੈਂ ਤੋ ਸੁਤ ਬਨਤਾ ਸਭ ਸਾਜ। ਕਹਿੰਦੇ ਕਿ ਬਹੁਤ ਕੁਝ ਕਰ ਸਕਦੇ ਆ, ਪਰ ਫਿਰ ਵੀ ਨਿਤਾਣੇ ਹੋ ਕੇ ਰਹਿ ਰਹੇ ਆ। ਔਰੰਗਜ਼ੇਬ ਨੂੰ ਕੁਝ ਵੀ ਨਹੀਂ ਕਿਹਾ। ਚਾਹੁਣ ਤੇ ਔਰੰਗਜ਼ੇਬ ਨੂੰ ਅੱਜ ਹੀ ਮਾਰ ਦੇਣ ਇੱਕ ਸਕਿੰਟ ਵਿੱਚ, ਪਰ ਕੁਝ ਵੀ ਨਹੀਂ ਆਖ ਰਹੇ। ਔਰ ਤੋਰ ਕਨ ਕੋ ਜੈ ਲਗ ਰਾਜ। ਜਿੰਨਾ ਰਾਜ ਬਾਦਸ਼ਾਹ ਔਰੰਗਜ਼ੇਬ ਦਾ ਫੈਲਿਆ, ਸਾਜੋ ਸਮਾਨ ਸਭ ਕੁਝ ਜੋ ਇਹਨੇ ਬਣਾਇਆ ਸਾਮਰਾਜ ਆਪਣਾ। ਏਕ ਬੋਲ ਤੇ ਦੇ ਬਨਾਸ। ਇੱਕ ਬੋਲ ਬੋਲਣ ਤੇ ਉਹਨੂੰ ਖਤਮ ਕਰ ਦੇਣ ਸਾਰੀ ਉਹਦੀ ਜਿਹੜੀ ਤਾਕਤ ਆ। ਇਹ ਕੱਟੜ ਮੁੰਨੀ ਸੁੰਨੀ ਜਿਹੜਾ ਮੁਸਲਮਾਨ ਆ ਉਹਦੀ ਸਾਰੀ ਤਾਕਤ ਖਤਮ ਕਰ ਸਕਦੇ ਹਨ ਜੀ। ਜਥਾ ਬਜਰ ਗੈਰ ਜੁਤ ਧੌਰ ਖਾਸ। ਜਿਵੇਂ ਜਿਹੜਾ ਬੱਜਰ ਘਾਹ ਹੁੰਦਾ ਬ੍ਰਿਸ਼ਾਂ ਸਮੇਤ ਦਰਖਤਾਂ ਦੇ ਨਾਲ ਨਾਲ ਪਹਾੜਾਂ ਨੂੰ ਵੀ ਖਤਮ ਕਰ ਦਿੰਦਾ ਹੁੰਦਾ ਹੈ। ਮਹਤਾਨ ਜੁਤ ਭੈ ਨਤਾਣੇ। ਪਰ ਇਹ ਕਿਵੇਂ ਰਹਿ ਰਹੇ ਆ ਰਜਾ ਵਿੱਚ, ਕਿਵੇਂ ਇਹਨਾਂ ਵਿੱਚ ਨਿਮਾਣਾ ਪਾਣਾ। ਕੁਝ ਵੀ ਨਹੀਂ ਔਰੰਗਜ਼ੇਬ ਨੂੰ ਕਹਿ ਰਹੇ, ਬਸ ਕੈਦਖਾਨੇ ਵਿੱਚ ਬੈਠੇ ਹੋਏ ਹਨ ਜੋ। ਕਾਰਨ ਕੌਣ ਸਕੇ ਨਹੀਂ ਜਾਣੇ। ਇਹ ਕਾਰਨ ਕੀ ਹੈ ਜਾਣਿਆ ਨਹੀਂ ਜਾ ਸਕਦਾ। ਕਿ ਉਸ ਬੰਦੇ ਕੋਲ ਜਿਸ ਕੋਲ ਬਹੁਤ ਸ਼ਕਤੀ ਆ ਉਹ ਕਿਉਂ ਦੁੱਖ ਸਹਿੰਦਾ ਹੈ। ਇਹ ਕਿਉਂ ਕਿ ਗੁਰੂ ਜੀ ਇਦਾਂ ਕਰਦੇ ਆ ਤਾਂ ਸਭ ਕੁਝ ਕਰ ਸਕਦੇ, ਪਰ ਵਾਹਿਗੁਰੂ ਪਰਮੇਸ਼ਰ ਤੋਂ ਉਲਟ ਨਹੀਂ ਚੱਲਦੇ ਹਨ। ਇਹ ਸਭ ਸਿਤ ਮੈਂ ਸਿਮਰੇ ਜੈ ਕਹਾਂ। ਸਾਰੀ ਧਰਤੀ ਤੇ ਜਿੱਥੇ ਵੀ ਕੋਈ ਯਾਦ ਕਰਦਾ
ਗੁਰੂ ਸਾਹਿਬ ਜੀ ਨੂੰ, ਗੁਰੂ ਤੇਗ ਬਹਾਦਰ ਜੀ ਨੂੰ ਦਿਲ ਤੋਂ ਯਾਦ ਕਰਦਾ ਹੈ ਜੋ ਵੀ ਪਹੁੰਚੇ ਹੋਏ ਸਹਾਇਕ ਮਹਾ। ਇਹ ਭਾਵੇਂ ਕੈਦਖਾਨੇ ਵਿੱਚ ਹੋਣ, ਫਿਰ ਇਹ ਪਹੁੰਚ ਹੀ ਜਾਂਦੇ ਆ ਉੱਥੇ। ਇਹਨਾਂ ਨੂੰ ਕਿਸੇ ਵੀ ਕੈਦ ਵਿੱਚ ਰੱਖਿਆ ਨਹੀਂ ਜਾ ਸਕਦਾ ਹੈ ਜੀ। ਇਹ ਗੱਤ ਸੁਣੀ ਪਿਖੀ ਸਭ ਜਾਏ। ਇਵੇਂ ਗੁਰਸਿੱਖ ਜਿਹੜੇ ਨੇ ਆਪਸ ਵਿੱਚ ਗੱਲਾਂ ਕਰਦੇ ਆ, ਕਹਿੰਦੇ ਗੱਲਾਂ ਸੁਣੀਆਂ ਸੀਗੀਆਂ ਅਸੀਂ ਤਾਂ ਅੱਜ ਵੇਖ ਵੀ ਲਈਆਂ। ਕੈਦਖਾਨੇ ਵਿੱਚ ਵੀ ਇਹਨਾਂ ਨੂੰ ਕੈਦ ਨਹੀਂ ਕਰਕੇ ਰੱਖਿਆ ਜਾ ਸਕਦਾ। ਕੈਦ ਪਰਨ ਗਤ ਲਖੀ ਨ ਜਾਏ। ਤੇ ਕੈਦ ਵਿੱਚ ਪੈਣ ਵਾਲੀ ਗੱਲ ਸਮਝ ਨਹੀਂ ਆਉਂਦੀ। ਇੰਨੇ ਪਹਿਰੇਦਾਰ ਹੋਣ ਗੁਰੂ ਸਾਹਿਬ ਜੀ ਦੇ ਲਾਗੇ, ਕੈਦ ਵਿੱਚੋਂ ਬਾਹਰ ਆ ਕੇ ਪ੍ਰਸ਼ਾਦਾ ਛਕ ਗਏ। ਇਹ ਸਭ ਕੁਝ ਕਰਨ ਦੇ ਸਮਰੱਥ ਹਨ ਗੁਰੂ ਜੀ। ਸਭ ਕਟ ਕਟ ਕੀ ਜਾਣਨ ਹਾਰੇ। ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲੇ ਆ। ਕਿਹਦੇ ਦਿਲ 'ਚ ਕੀ ਆ, ਕੋਈ ਕੀ ਸੋਚਦਾ ਲੋਚਦਾ, ਇਹ ਸਭ ਕੁਝ ਕਿਹਦੇ ਅੰਦਰ ਮੈਲ ਆ, ਕਿਹਦੇ ਅੰਦਰ ਪਾਕ ਹੈ ਮਨੁੱਖ, ਕੀ ਆ ਦਿਲ 'ਚ ਸਾਡੇ, ਕਿਹੋ ਜਿਹੇ ਖਿਆਲ, ਸਾਰਾ ਹੀ ਸਮਝਦੇ ਹਨ। ਗੁਰੂ ਤੇਗ ਬਹਾਦਰ ਜੀ ਤਾਂ ਜਾਣ ਲੈਂਦੇ ਨੇ। ਛਿਲ ਮੈਂ ਲੱਖੋ ਕੋਸ਼ ਪੰਧਾਰੇ। ਇੱਕ ਸਕਿੰਟ ਵਿੱਚ ਲੱਖਾਂ ਕੋ ਦੂਰ ਜਾ ਸਕਦੇ ਆ। ਇੰਨੀ ਵਾਟ ਤੈਅ ਕਰ ਸਕਦੇ ਹਨ। ਇੰਨੇ ਮਾਲਕ ਹਨ ਸ਼ਕਤੀ ਦੇ। ਇਤਿਆਦਿਕ ਅਜਮਤ ਕੋ ਜਾਤਾਰੇ। ਇਵੇਂ ਇਹਨਾਂ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋ ਗਈ ਹੈ। ਸਭ ਕੁਝ ਹੀ ਕਰ ਸਕਦੇ ਜਦੋਂ ਦੇ ਗੱਦੀ ਤੇ ਸਜੇ ਹਨ ਇਹ। ਸਪੀ ਨਹੀਂ ਬਦਤੀ ਜੁਗ ਸਾਰੇ। ਇਹ ਚੀਜ਼ ਛੁਪ ਨਹੀਂ ਨਾ ਸਕਦੀ। ਗੁਰੂ ਸਾਹਿਬ ਜੀ ਇੱਕ ਉਹ ਖੁਸ਼ਬੂ ਆ ਇਹ ਤੇ ਪਰਦਾ ਨਹੀਂ ਪਾਇਆ ਜਾ ਸਕਦਾ। ਫੁੱਲ ਕਿਸੇ ਦੇ ਘਰੇ ਖਿੜੇ ਹੋਣ, ਮਹਿਕ ਗਵਾਂਢੀਆਂ ਦੇ ਘਰੇ ਆ ਕੇ ਰਹੂਗੀ, ਉਹ ਤੇ ਪਰਦਾ ਨਹੀਂ ਤੁਸੀਂ ਪਾ ਸਕਦੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਇਦਾਂ ਹੀ ਜਾਣੀਏ ਜੀ। ਤੋ ਕਸ਼ਟ ਕੋ ਸਹਿ ਸਰੀਰ। ਪਰ ਫਿਰ ਵੀ ਆਪਦੇ ਸਰੀਰ ਤੇ ਕਸ਼ਟ ਬਰਦਾਸ਼ਤ ਕਰੀ ਜਾਂਦੇ ਆ। ਉਹ ਬਾਦਸ਼ਾਹ ਦੀ ਜੇਲ੍ਹ ਵਿੱਚ ਰਹਿ ਰਹੇ ਆ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਾਣੀ ਨਾ ਜਾਏ ਕਿਹੋ ਧਰ ਧੀਰ। ਇਹ ਨਹੀਂ ਜਾਣਿਆ ਜਾਂਦਾ ਕਿ ਇੰਨੀ ਸਹਿਨਸ਼ੀਲਤਾ ਕਿਉਂ ਹੈ। ਸਭ ਕੁਝ ਜਦੋਂ ਕਰ ਸਕਦੇ ਆ, ਫਿਰ ਔਰੰਗਜ਼ੇਬ ਨੂੰ ਮਾਰਦੇ ਕਿਉਂ ਨਹੀਂ? ਔਰੰਗਜ਼ੇਬ ਦਾ ਰਾਜ ਕਿਉਂ ਨਹੀਂ ਖਤਮ ਕਰ ਦਿੰਦੇ? ਔਰੰਗਜ਼ੇਬ ਨੂੰ ਸਜ਼ਾ ਕਿਉਂ ਨਹੀਂ ਦਿੰਦੇ? ਮੌਲਵੀਆਂ ਨੂੰ ਕਿਉਂ ਨਹੀਂ ਇਸ ਤਰ੍ਹਾਂ ਭਾਜੜਾਂ ਪਾ ਦਿੰਦੇ? ਫਿਰ ਸ਼ਾਂਤ ਕਿਉਂ ਹਨ? ਤਾਂ ਇਸ ਤਰ੍ਹਾਂ ਸਿੱਖ ਗੱਲਾਂ ਕਰ ਰਹੇ ਸੀਗੇ। ਪੁਨ ਸਤਿਗੁਰ ਕਾਰਾਗ੍ਰਹਿ ਆਏ, ਪੂਰਬ ਸਮ ਬੈਠੇ ਤਿਸ ਥਾਏ। ਸਿੱਖ ਤਾਂ ਇਦਾਂ ਹੀ ਗੱਲਾਂ ਕਰੀ ਜਾਂਦੇ ਆ ਕਿ ਪੂਰਨ ਗੁਰੂ ਦਾ ਭੇਦ ਨਹੀਂ ਪਾਇਆ ਜਾ ਸਕਦਾ। ਸਤਿਗੁਰੂ ਜੀ ਚੁੱਪਚਾਪ ਕੈਦਖਾਨੇ ਵਿੱਚ ਆ ਗਏ, ਪਹਿਲਾਂ ਵਾਂਗ ਹੀ ਉਸ ਥਾਂ ਤੇ ਸਜ ਗਏ। ਕਿਸੇ ਨੂੰ ਵੀ ਫਿਰ ਪਹਿਰੇਦਾਰ ਨੂੰ ਨਹੀਂ ਪਤਾ ਲੱਗਾ ਕਿ ਇਹ ਸਭ ਕੁਝ ਹੋ ਗਿਆ, ਕਿਵੇਂ ਹੋ ਗਿਆ। ਤੇ ਐਸੀ ਫਿਰ ਸਤਿਗੁਰੂ ਜੀ ਨੇ ਵਿਧੀ ਜਿਹੜੀ ਬਣਾ ਦਿੱਤੀ। ਇਸ ਤਰ੍ਹਾਂ ਆਪਦੇ ਸਿੱਖ ਦੀ ਤਮੰਨਾ ਕੈਦਖਾਨੇ ਵਿੱਚ ਰਹਿੰਦਿਆਂ ਵੀ ਪੂਰੀ ਕਰ ਦਿੱਤੀ। ਉਹਦਾ ਪ੍ਰੇਮ ਸੀਗਾ ਕਿ ਗੁਰੂ ਸਾਹਿਬ ਜੀ ਕੈਦ ਵਿੱਚ ਆ, ਪਰ ਉਹ ਮੇਰੇ ਘਰੇ ਕਿਵੇਂ ਆਉਣਗੇ? ਪ੍ਰਸ਼ਾਦਾ ਮੈਂ ਬਣਾਉਂਗਾ, ਸਭ ਕੁਝ ਮੈਂ ਕਰੂੰਗਾ, ਪਰ ਉਹ ਤਾਂ ਕੈਦਖਾਨੇ 'ਚ ਆ। ਤਾਂ ਇੱਥੋਂ ਹਿਸਾਬ ਇਹੀ ਆਪਾਂ ਲਾਈਏ, ਕੋਈ ਵੀ ਅੱਜ ਤੱਕ ਐਸਾ ਮਨੁੱਖ ਪੈਦਾ ਨਹੀਂ ਹੋਇਆ, ਕੋਈ ਵੀ ਬਾਦਸ਼ਾਹ, ਚਾਹੇ ਉਹ ਬਾਬਰ ਆ, ਚਾਹੇ ਉਹ ਹਮਾਯੂੰ ਆ, ਚਾਹੇ ਅਕਬਰ ਹੈ, ਚਾਹੇ ਜਹਾਂਗੀਰ ਹੈ, ਚਾਹੇ ਸ਼ਾਹਜਹਾਂ ਹੈ, ਚਾਹੇ ਔਰੰਗਜ਼ੇਬ ਹੈ, ਚਾਹੇ ਬਹਾਦਰ ਸ਼ਾਹ ਹੈ, ਕੋਈ ਵੀ ਰਾਜਾ, ਗੁਰੂ ਸਾਹਿਬ ਜੀ ਦੇ ਸਮਕਾਲੀ ਰਾਜੇ ਆ ਜਿੰਨੇ ਵੀ ਨਾਂ ਲਏ ਆ, ਇਹਨਾਂ 'ਚ ਇੰਨੀ ਤਾਕਤ ਨਹੀਂ ਸੀਗੀ ਕਿਸੇ ਵੀ ਗੁਰੂ ਜੀ ਨੂੰ ਕੈਦ ਵਿੱਚ ਪਾ ਦੇਣ। ਦੇਖਣ ਨੂੰ ਲੱਗਦਾ ਗੁਰੂ ਸਾਹਿਬ ਜੀ ਜੇਲ੍ਹ ਵਿੱਚ ਆ, ਇਹ ਉਹਨਾਂ ਦੀ ਮਰਜ਼ੀ ਆ। ਅਸਲ ਵਿੱਚ ਇਹ ਮਰਜ਼ੀ ਔਰੰਗਜ਼ੇਬ ਦੀ ਨਹੀਂ ਕਿ ਗੁਰੂ ਸਾਹਿਬ ਜੀ ਨੂੰ ਕੈਦ ਵਿੱਚ ਪਾ ਲੈਂਦਾ। ਇਹ ਗੁਰੂ ਸਾਹਿਬ ਜੀ ਦੀ ਮਰਜ਼ੀ ਚੱਲੀ ਆ ਕਿ ਉਹ ਖੁਦ ਹੀ ਆਏ ਆ ਇੱਥੇ, ਉਹਨਾਂ ਨੇ ਵਿਧੀ ਬਣਾਈ ਆ। ਜਿਹੜਾ ਸੀਸ ਉਹਨਾਂ ਨੇ ਅੱਗੇ ਕੀਤਾ, ਲਓ ਜੀ ਹੁਣ ਇਹ 'ਤੇ ਆਪਦਾ ਜਲਾਦ ਨੂੰ ਆਖਿਆ ਤੂੰ ਆਪਦਾ ਇਹ ਜੋ ਤੇਜ਼ ਧਾਰ ਹਥਿਆਰ ਇਹਨੂੰ ਚਲਾ, ਇਹ ਵੀ ਗੁਰੂ ਸਾਹਿਬ ਦੀ ਇੱਛਾ ਸੀਗੀ। ਬਸ ਸਿਰ ਅੱਗੇ ਕੀਤਾ, ਸੀਸ ਅੱਗੇ ਕੀਤਾ, ਲਓ ਜੀ ਇਹਨੂੰ ਧੜ ਤੋਂ ਅਲੱਗ ਕਰ ਦਿਓ। ਇਹ ਗੁਰੂ ਸਾਹਿਬ ਦੀ ਮਰਜ਼ੀ ਆ। ਤਾਂ ਜਿਹੜੀ ਰੱਬ ਦੀ ਮਰਜ਼ੀ ਹੁੰਦੀ ਆ ਉਹ ਗੁਰੂ ਦੀ ਮਰਜ਼ੀ ਹੁੰਦੀ ਆ। ਸਾਡੇ ਵਿੱਚ ਕੀ ਆ, ਅਸੀਂ ਕਿਹੋ ਜਿਹੇ ਆ? ਜਿਹੜੀ ਰੱਬ ਦੀ ਮਰਜ਼ੀ ਹੁੰਦੀ ਆ, ਗੁਰੂ ਦੀ ਮਰਜ਼ੀ ਹੁੰਦੀ ਆ, ਸਾਡੀ ਉਦੋਂ ਹਮੇਸ਼ਾ ਉਲਟ ਮਰਜ਼ੀ ਹੁੰਦੀ ਆ। ਜਦੋਂ ਜਿਹੜੀ ਰੱਬ ਦੀ ਮਰਜ਼ੀ ਹੁੰਦੀ ਆ ਤੇ ਉਹ ਪੂਰੀ ਹੋ ਜਾਂਦੀ ਆ, ਸਾਨੂੰ ਲੱਗਦਾ ਸਾਡੀ ਮਰਜ਼ੀ ਪੂਰੀ ਹੋ ਗਈ, ਪਰ ਕਦੇ ਵੀ ਇਹੋ ਜਿਹਾ ਹੁੰਦਾ ਹੀ ਨਹੀਂ। ਹਮੇਸ਼ਾ ਰੱਬ ਦੀ ਮਰਜ਼ੀ ਪੂਰੀ ਹੁੰਦੀ ਹੈ।
ਕਈ ਵਾਰ ਇਦਾਂ ਹੋ ਜਾਂਦਾ, ਸਾਡੀ ਕੋਈ ਇੱਛਾ ਹੁੰਦੀ ਆ, ਉਹ ਰੱਬ ਦੇ ਅਨੁਸਾਰ ਹੁੰਦੀ ਆ, ਪੂਰੀ ਹੋ ਗਈ, ਅਸੀਂ ਕਹਿੰਦੇ ਆ ਰੱਬ ਨੇ ਪੂਰਾ ਕਰਤਾ। ਹਮੇਸ਼ਾ ਰੱਬ ਦੀ ਮਰਜ਼ੀ ਚੱਲਦੀ ਆ, ਹਮੇਸ਼ਾ ਹੀ। ਜਦੋਂ ਕਈ ਵਾਰ ਨਹੀਂ ਪੂਰੀ ਹੁੰਦੀ, ਫਿਰ ਅਸੀਂ ਕਹਿੰਦੇ ਆ ਇਹ ਗੁਰੂ ਤੋਂ ਕੀ ਕਰਤਾ, ਜਾਂ 4 ਕਣੀਆਂ ਵੱਧ ਪੈ ਗਈਆਂ, ਅਸੀਂ ਕਹਿੰਦੇ ਆ ਫਸਲ ਖਰਾਬ ਹੋ ਗਈ। ਜੇ ਕਈ ਵਾਰ ਨਹੀਂ ਪਿਆ, ਫਿਰ ਅਸੀਂ ਕਹਿੰਦੇ ਆ ਮੀਂਹ ਨਹੀਂ ਪਿਆ। ਐਂ ਤਾਂ ਛੋਟੀਆਂ ਗੱਲਾਂ ਕਰ ਜਾਂਦੇ ਆ, ਬਹੁਤ ਉੱਚੇ ਹੋਣਾ ਪੈਂਦਾ ਜੇ ਇਹ ਗੱਲ ਸਮਝਣੀ ਆ। ਜੋ ਤੁਧ ਭਾਵੈ ਸਾਈ ਭਲੀ ਕਾਰ, ਜੇ ਇਹ ਗੱਲ ਕਮਾਉਣੀ ਆ, ਬਹੁਤ ਲੰਮਾ ਚੌਂਕੜਾ ਚਾਹੀਦਾ, ਬਹੁਤ ਗੁਰੂ ਨੂੰ ਬਰੀਕੀ ਨਾਲ ਸੁਣਨਾ ਪੈਂਦਾ। ਗੁਰੂ ਤੂੰ ਜੋ ਕਰਦਾ ਚੰਗਾ ਹੀ ਕਰਦਾ, ਜੋ ਤੂੰ ਕੀਤਾ ਚੰਗਾ ਹੀ ਕੀਤਾ, ਜੋ ਤੂੰ ਕਰੇਗਾ ਚੰਗਾ ਹੀ ਕਰੇਗਾ। ਇਹ ਗੱਲ ਨੂੰ ਮੰਨਣ ਲਈ, ਦਿਲ 'ਤੇ ਲਿਖਣ ਲਈ ਬਹੁਤ ਕਮਾਈ ਕਰਨੀ ਪੈਂਦੀ ਹੈ। ਵੈਸੇ ਅਸੀਂ ਉੱਪਰੋਂ ਕਹਿ ਦਿੰਦੇ ਹਾਂ ਇਹ ਚੀਜ਼, ਗੁਰੂ ਕਰਦਾ ਚੰਗਾ ਕਰਦਾ, ਰੱਬ ਕਰਦਾ ਚੰਗਾ ਕਰਦਾ, ਪਰ ਦਿਲੋਂ ਨਹੀਂ ਅਸੀਂ ਕਹਿੰਦੇ ਹੈਗੇ। ਦਿਲੋਂ ਗੁਰੂ ਦੇ ਸਿੱਖਾਂ ਨੇ ਕਿਹਾ ਸੀ, ਭਾਈ ਮਤੀ ਦਾਸ ਜੀ ਨੇ ਜਦੋਂ ਸਿਰ 'ਤੇ ਆਰਾ ਚੱਲਿਆ ਕਿ ਗੁਰੂ ਸਾਹਿਬ ਜੀ ਜੋ ਰੱਬ ਕਰਦਾ ਚੰਗਾ ਹੀ ਕਰਦਾ। ਇੰਨੇ ਦੁੱਖਾਂ ਵਿੱਚ ਵੀ ਕਿਹਾ ਸਿੱਖਾਂ ਨੇ। ਭਾਈ ਸਤੀ ਦਾਸ ਜੀ ਨੇ ਕਿਹਾ ਸੀਗਾ ਜਦੋਂ ਉਹਨਾਂ ਨੂੰ ਦੇਗ 'ਚੋਂ ਬਾਲਿਆ ਗਿਆ, ਗੁਰੂ ਜੋ ਤੂੰ ਕਰ ਰਿਹਾ ਚੰਗਾ, ਇਹ ਵੀ ਚੰਗਾ ਹੈ। ਇਸ ਤਰ੍ਹਾਂ ਭਾਈ ਸਤੀ ਦਾਸ ਜੀ ਨੇ ਕਿਹਾ ਸੀ ਜਦੋਂ ਰੂਹ 'ਚ ਲਪੇਟ ਕੇ ਸ਼ਹੀਦ ਕੀਤਾ, ਗੁਰੂ ਸਾਹਿਬ ਜੀ ਰੱਬ ਜੋ ਕਰਦਾ ਚੰਗਾ ਕਰਦਾ। ਅਸੀਂ ਜੋ ਕਹਿੰਦੇ ਆ ਉਹ ਆਪਦੇ ਹਿਸਾਬ ਨਾਲ ਕਹਿ ਦਿੰਦੇ ਆ। ਜਦੋਂ ਕੋਈ ਦਾਤ ਮਿਲ ਜਾਂਦੀ ਆ ਉਦੋਂ ਠੀਕ, ਜਦੋਂ ਕੁਝ ਉਲਟ ਹੋ ਗਿਆ ਉਦੋਂ ਕੌਣ ਰੱਬ ਕਿਹੜਾ ਗੁਰੂ, ਬਹੁਤ ਉਲਾਂਭੇ ਬਹੁਤ ਉਲਾਂਭੇ ਇੱਦਾਂ ਦਿੰਦੇ ਆ। ਗੁਰੂ ਸਾਹਿਬ ਕਿਰਪਾ ਕਰਨ। ਸੁਣ ਕੇ ਹੀ ਸਾਰੇ ਭਗਤ ਹੋਏ ਅਜੇ ਤੱਕ। ਗੁਰੂ ਦੇ ਇਤਿਹਾਸ ਦੀ ਜਿਹੜੀ ਸੁਬਾਹ ਸ਼ਾਮ ਕਥਾ ਹੁੰਦੀ ਆ, ਸਵੇਰੇ ਸ਼ਬਦ ਦੀ, ਸ਼ਾਮੀ ਇਤਿਹਾਸ ਦੀ, ਇਹ ਮਰਿਆਦਾ ਪਿੱਛੇ ਬਹੁਤ ਵੱਡਾ ਰਾਜ ਆ, ਬਹੁਤ ਵੱਡਾ ਰਹੱਸ ਆ। ਅੱਜ ਤੱਕ ਜਿੰਨੇ ਭਗਤ ਹੋਏ ਆ, ਜਿੰਨੇ ਵੀ ਭਗਤ ਹੋਏ ਆ, ਉਹ ਸੁਣ ਕੇ ਰੱਬ ਨਾਲ ਜੁੜੇ ਆ। ਤਾਂ ਜਿਹੜੀ ਕਥਾ ਹੈ ਇਹ ਸਾਨੂੰ ਰੱਬ ਨਾਲ ਜੋੜਦੀ ਆ, ਸਾਨੂੰ ਜ਼ਿੰਦਗੀ ਜਿਉਣੀ ਸਿਖਾਉਂਦੀ ਆ। ਤਾਂ ਇਹਦੇ ਨਾਲ ਸਾਨੂੰ ਜ਼ਰੂਰ ਜੁੜਨਾ ਚਾਹੀਦਾ। ਗੁਰੂ ਸਾਹਿਬ ਕਿਰਪਾ ਕਰਨ। ਅੱਜ ਦੇ ਦੀਵਾਨ 'ਚ ਇਤਨਾ ਹੀ। ਸੋ ਅੱਗੇ ਗੁਰੂ ਸਾਹਿਬ ਜੀ ਦੇ ਬਾਰੇ ਇੱਕ ਮੌਲਵੀ ਵੱਲੋਂ ਕਿਵੇਂ ਸ਼ਿਕਾਇਤ ਕੀਤੀ ਜਾਂਦੀ ਹੈ। ਇਹ ਤਾਂ ਹੈਗੇ ਹੀ ਇੱਦਾਂ ਦੇ ਸੀਗੇ, ਇਹਨਾਂ ਕੋਲ ਸਿਰਫ ਲਿਬਾਸ ਸੀਗਾ, ਧਾਰਮਿਕ ਨਹੀਂ ਸੀਗੇ। ਗੁਰੂ ਸਾਹਿਬ ਜੀ ਦੇ ਪ੍ਰਤੀ ਕਿਵੇਂ ਉਹ ਸ਼ਿਕਾਇਤ ਦਰਜ ਕਰਵਾਉਂਦਾ, ਗੁਰੂ ਸਾਹਿਬ ਜੀ ਨਾਲ ਕਿਵੇਂ ਈਰਖਾ ਕਰਦਾ ਇੱਕ ਮੌਲਵੀ, ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਇਹ ਪ੍ਰਸੰਗ ਸਰਵਣ ਕਰੋਗੇ। ਭੁੱਲ ਚੁੱਕ ਦੀ ਖਿਮਾ। ਅਖੀਰਲੀਆਂ ਪੰਕਤੀਆਂ ਪੜ੍ਹੀਏ, ਸਮਾਪਤੀ ਕਰੀਏ ਜੀ। ਮਿਲੇ ਪਰਸ ਪਰ ਸਿੱਖ ਐਮ ਕਹਿ, ਪੂਰਨ ਗੁਰੂ ਭੇਦ ਕਿਮ ਲਹੈ। ਮਨ ਸਤਿਗੁਰ ਕਾ ਰਾਗ੍ਰਹਿ ਆਏ, ਪੂਰਬ ਸਮ ਬੈਠੇ ਤਿਸ ਥਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ